जब गुर बोले हैं तब बिस्म हुए जाए। हम जैसे अपराधी अवर कोई राखे, जैसे हम सतगुर राख लिए छड़ाए। तुम गुर पिता तू है गुर माता, तुम गुर बंदप मेरा सखा सखाए। बेशुमार अथाह आगंत अतुल, ज्यों बुलाओ त्यों नानक दास बोले। सतनाम धन वाहे गुरु जी, साचा साहिब साच नाए। भाखिया भाऊ अपार, आखह मंगहे देह देह। दात करे दातार, साचा साहिब साच नाए। भाखिया भाऊ अपार, आखहे मंगहे देह देह। दात करे दातार, फेर के अगे रखिए। जित दिसै दरबार, मुँहों के बोलन बोलिए। जित सुन धरे प्यार, अमृत वेला सच नाओ। वडियाई विचार, करमी आवे कपूड़ा। नदरी मोख द्वार, नानक एवै जानिए। सब आपे सचियार, कर्मी आवे कपूड़ा। नदरी मोख द्वार, नानक एवै जानिए। सब आपे सचियार। वाहिगुरु जी का खालसा, वाहिगुरु जी की फतेह। परम सन्मानयोग जुगो जुग अटल, तखत चौर छतर दे मालिक सतगुरु श्री गुरु ग्रंथ साहिब महाराज पातशाह जी की पावन पवित्र हजूरी अंदर शाम के समय सजे हुए लड़ीवार दीवाना दे विच आप संगत हाजरियां भर के
ਜੀਵਨ ਦੇ ਕੀਮਤੀ ਸਮੇਂ ਨੂੰ ਆਪ ਜੀ ਸਫਲਾ ਕਰ ਰਹੇ ਹੋ। ਸਤਿਗੁਰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਪਿਛਲੇ ਕੁਝ ਦਿਨਾਂ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਸ਼੍ਰੀ ਜਪਜੀ ਸਾਹਿਬ ਜੀ ਦੀ ਵਿਚਾਰ ਆਪਾਂ ਸਤਿਗੁਰ ਮਹਾਰਾਜ ਜੀ ਦੇ ਹੁਕਮ ਦੇ ਅਨੁਸਾਰ ਸਤਿਗੁਰ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠ ਕੇ ਰੋਜ਼ਾਨਾ ਕਰਨ ਦਾ ਯਤਨ ਕਰ ਰਹੇ ਹਾਂ। 3 ਪੌੜੀਆਂ ਤੱਕ ਵਿਚਾਰ ਜਿਹੜੀ ਹੈ ਉਹ ਸਤਿਗੁਰ ਮਹਾਰਾਜ ਜੀ ਦੀ ਕਿਰਪਾ ਨਾਲ ਸੰਪੂਰਨ ਹੋਈ ਹੈ। ਅੱਜ ਆਪਾਂ ਚੌਥੀ ਪੌੜੀ ਤੋਂ ਸਤਿਗੁਰ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਵਿਚਾਰ ਦੀ ਪ੍ਰਾਰੰਭਤਾ ਕਰਨੀ ਹੈ ਔਰ ਨਾਲ ਹੀ ਆਪ ਜੀ ਨੇ ਚੌਥੀ ਪੌੜੀ ਦਾ ਜਿਹੜਾ ਮੂਲ ਪਾਠ ਹੈ ਉਹ ਸਰਵਣ ਕਰਨਾ ਕੀਤਾ ਹੈ। ਆਪ ਸੰਗਤ ਅਸੀਸ ਬਖਸ਼ੋ, ਮਨ ਬਿਰਤੀਆਂ ਇਕਾਗਰ ਕਰੋ। ਆਓ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣਾ ਕਰੀਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਗੁਰਮਤਿ ਵਿਚਾਰ ਦੀ ਆਪਾਂ ਸਾਂਝ ਕਰ ਸਕੀਏ ਤੇ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਸਾਡੇ ਹਿਰਦੇ ਦੇ ਵਿੱਚ ਟਿਕ ਸਕੇ। ਆਪ ਸੰਗਤ ਬਖਸ਼ੋ ਆਸੀਸ, ਹਾਜ਼ਰੀ ਲਵਾਉਣਾ ਕਰੀ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਪਾਵਨ ਬਚਨ ਬਖਸ਼ਿਸ਼ ਕੀਤੇ ਹਨ। ਸਾਚਾ ਪਾਖਿਆ ਭਾਉ ਅਪਾਰ। ਜਦੋਂ ਅਸੀਂ ਬਾਣੀ ਦਾ ਪਾਠ ਕਰਨਾ ਹੈ ਤੇ ਬਿਲਕੁਲ ਜਦੋਂ ਸਾਹਿਬ ਬੋਲਣਾ ਹੈ ਤੇ ਸੱਸੇ ਨੂੰ ਕੰਨਾਂ ਤੇ ਹਾਹੇ ਨੂੰ ਸਿਹਾਰੀ, ਇਹਦਾ ਉਚਾਰਨ ਸਹੀ ਢੰਗ ਨਾਲ ਕਰਨਾ ਹੈ। ਕਾਲੀ ਦੇ ਵਿੱਚ ਕੰਨਾਂ ਨੂੰ ਛੱਡ ਕੇ ਜਾਣਾ, ਸਾਹਿਬ ਨਹੀਂ ਬੋਲਣਾ ਜਾਂ ਸਾਹਿਬ ਨਹੀਂ ਬੋਲਣਾ। ਸਾਹਿਬ ਪਾਠ ਹੈ ਇੱਥੇ ਉਚਾਰਨ। ਦੂਸਰਾ ਇੱਥੇ ਸਤਿਗੁਰ ਮਹਾਰਾਜ ਜੀ ਨੇ ਇੱਕ ਸ਼ਬਦ ਵਰਤਿਆ ਹੈ ਭਾਉ। ਜੇ ਕਾਲੀ ਦੇ ਵਿੱਚ ਕੰਨਾਂ ਲਾਉਣਾ ਅਸੀਂ ਛੱਡ ਦੇਵਾਂਗੇ ਤੇ ਫਿਰ ਉਚਾਰਨ ਹੋ ਜਾਂਦਾ ਹੈ ਭਉ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਨੇ ਸ਼ਬਦ ਬਾਣੀ ਵਿੱਚ ਭਉ ਵੀ ਵਰਤਿਆ ਹੈ ਤੇ ਭਾਉ ਵੀ ਵਰਤਿਆ ਹੈ, ਪਰ ਇਹਨਾਂ ਦੋਨਾਂ ਹੀ ਸ਼ਬਦਾਂ ਦੇ ਜਿਹੜੇ ਅਰਥ ਨੇ ਉਹ ਬਿਲਕੁਲ ਵੱਖ-ਵੱਖ ਨੇ। ਜੇ ਸ਼ਬਦ ਕਿਤੇ ਭਉ ਆਏਗਾ ਭੱਬਾ ਊੜੇ ਔਂਕੜ ਦੇ ਨਾਲ ਤੇ ਉਹਦੇ ਅਰਥ ਹੋ ਜਾਂਦੇ ਨੇ ਡਰ। ਜੇ ਬਾਣੀ ਦੇ ਵਿੱਚ ਸ਼ਬਦ ਭੱਬੇ ਨਾਲ ਕੰਨਾ ਲੱਗ ਕੇ ਆਏਗਾ ਭਾਉ, ਉਹਦੇ ਅਰਥ ਹੋ ਜਾਂਦੇ ਨੇ ਪ੍ਰੇਮ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਆਖਦੇ ਨੇ ਸਾਚਾ ਸਾਹਿਬ ਸਾਚ ਨਾਏ। ਹੁਣ ਇੱਥੇ ਨਾਏ ਦਾ ਅਰਥ ਹੈ ਸਿਫਤ ਸਲਾਹ, ਪਰਮਾਤਮਾ ਦੀ ਵਡਿਆਈ। ਪਰ ਅੱਗੇ ਜਾ ਕੇ ਜਦੋਂ ਪੌੜੀ ਪੜੋਗੇ ਤੇ 6ਵੀਂ ਪੌੜੀ ਦੇ ਵਿੱਚ ਸਤਿਗੁਰ ਮਹਾਰਾਜ ਪਾਤਸ਼ਾਹ ਕਹਿੰਦੇ ਤੀਰਤ ਨਾਵਾ ਜੇ ਤਿਸ ਭਾਵਾਂ ਬਿਨ ਭਾਣੇ ਕੇ। ਉੱਥੇ ਲਿਖਿਆ ਇਵੇਂ ਹੀ ਹੈ ਨਾਏ, ਪਰ ਉੱਥੇ ਉਹਦਾ ਉਚਾਰਨ ਨਾਏ ਹੋ ਜਾਂਦਾ ਹੈ। ਇੱਥੇ ਸਾਚਾ ਸਾਹਿਬ ਸਾਚ ਨਾਏ ਤੇ ਉੱਥੇ ਉਚਾਰਨ ਹੋ ਜਾਂਦਾ ਹੈ ਤੀਰਥ ਨਾਵਾ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਾਏ ਕਰੀ। ਉੱਥੇ ਹੁਣ ਅਰਥ ਤਬਦੀਲ ਹੋ ਜਾਣਗੇ, ਉਚਾਰਨ ਜਿਹੜਾ ਹੈ ਉਹ ਇੱਕ ਹੀ ਰਹਿ ਜਾਂਦਾ। ਥੋੜੀ ਜੀ ਹਾਹੇ ਦੀ ਆਵਾਜ਼ ਉਹਦੇ ਵਿੱਚੋਂ ਆਏਗੀ। ਮਹਾਰਾਜ ਗੁਰੂ ਨਾਨਕ ਦੇਵ ਜੀ ਆਖਦੇ ਨੇ ਕਿ हे ਪਰਮਾਤਮਾ ਤੂੰ ਸੱਚਾ ਹੈ, ਸਾਹਿਬ ਦੇ ਅਰਥ ਮਾਲਕ ਹੈ ਤੇ ਸਾਚ ਨਾਏ ਤੇਰੀ ਵਡਿਆਈ ਵੀ ਸੱਚੀ ਹੈ। ਤੂੰ ਵੀ ਸੱਚਾ ਹੈ, ਤੇਰੀ ਵਡਿਆਈ ਵੀ ਸੱਚੀ ਹੈ। ਭਾਖਿਆ ਭਾਉ ਅਪਾਰ। ਭਾਖਿਆ ਦੇ ਅਰਥ ਵਿਦਵਾਨਾਂ ਨੇ ਕੀਤਾ ਹੈ ਭਾਸ਼ਾ। ਤੇ हे ਪਰਮਾਤਮਾ
सानू ये दसो कि तुहाडी जिहड़ी भाषा है वो किहड़ी है। सतगुरु महाराज पातशाह जी कहते हैं कि जिहड़ियां असीं दुनियावी भाषावां बोलदे हां, ये दुनियावी भाषा रब दी भाषा इन्हां विचों कोई नहीं है। तुसी अंग्रेजी बोलो, तुसी पंजाबी बोलो, तुसी पर्शियन बोलो, अरबी, फारसी, दुनिया की कोई भी भाषा बोल के तुसी दावा ये गल दा नहीं कर सकते कि आ जिहड़ी मैं भाषा जानदा हां ये रब दी भाषा है। परमात्मा दी भाषा फिर किहड़ी? सतगुरु महाराज कहते ने भाखिया भाओ। भाषा किहड़ी है? भाओ, प्रेम रूप भाषा है। तो महाराज कहते तुहाडी ये परमात्मा भाषा भी प्रेम, ते जे तुहानू पाउणा होवे तां ओह भी प्रेम नाल पाया जा सकदा है, नफरत नाल तुसीं मिलदी भी कोई नहीं। गुरु गोबिंद सिंह सच्चे पातशाह महाराज वो कहते ने जिन प्रेम कियो तिन ही प्रभ पायो। हुण उत्थे महाराज ये नहीं आखदे कि जिन्हां ने जल धारा कीतियां उन्हें रब नूं पाया, जां जिन्हां ने धूने ला लए उन्हां रब नूं पा लिया। जां सतगुरु महाराज ये नहीं आखदे कि जिन्हां ने घर छड्ड के जंगलां विच जाके बड़ा लंबा तप कीता उन्हां नूं रब मिलिया। सतगुरु महाराज कहंदे ने उहनूं पाउण दा इक्को एक साधन है, वो है प्रेम। और महाराज कहते हैं कि प्रेम तो बगैर होर जिहड़ी असीं स्पेस देखते हैं, आकाश मंडल, इस मंडल नूं देखते हैं, परमात्मा दे प्रेम तो बगैर थां कोई खाली नहीं है। हर एक जीव जंत दे विच महाराज ने एक प्रेम दा कण पाया है। सतगुरु महाराज ने पावन बाणी दे विच कुछ उदाहरणां भी दित्तियां ने। महाराज कहते ने देखो एक उदाहरण गुरु तेग बहादुर महाराज सच्चे पातशाह देंदे ने ते महाराज आखदे ने कि जेकर तू रब दी प्राप्ति करनी है ते तेरे जीवन दे विच प्रेम होना चाहिए है। जेकर तेरे जीवन दे विच प्रेम नहीं तू रब नूं प्राप्त नहीं कर सकदा। फिर प्रेम किवें दा होवे? सतगुरु महाराज गुरु तेग बहादुर जी आखते ने गुण गोबिंद गायो नहीं, जन्म अकाल कीन कहो नानक पद हरमना, जिन बिद जल को मीन। कहते प्रेम इवें दा होवे जिवें मच्छी दा प्रेम जिहड़ा है वो पानी दे नाल है। मच्छी नूं पानी दे विचों बाहर कढ दो ते मच्छी खत्म हो जाती है। एक उदाहरण फिर भगत जी देंदे ने अगे जाके, वो कहते ने मीन पकड़ फाकियो और काटियो रांद कियो बहुबानी। प्रेम की है? मीन मच्छी नूं फड़िया गया, मच्छी नूं कटिया गया, मीन पकड़ फाकियो और काटियो रांद कियो बहुबानी। रांद कियो बहुबानी तो भाव है कि उन्होंने वखरे वखरे तरीके दे नाल उन्होंने बनाया गया, उन्होंने भुनिया गया, उन्होंने बना दिता गया। खंड खंड कर भोजन कीनो, खंड तो भाव होंदा है कि निक्का निक्का करके उन्होंने भोजन कर लिया गया, उन्होंने खाधा गया। और महाराज कहते देखो प्रेम इना सी कि छोटा छोटा करके उन्होंने पहलों फड़िया, फिर उन्होंने मारिया, फिर कटिया, फिर मसाले पा दिते गए, फिर उन्होंने थोड़ा थोड़ा भोजन वांगू बना के उन्होंने खाधा गया। वो खान तो बाद विच भी सुते पे इंसान जदों कोई मच्छी जदों कोई खा के सोएगा ते वो मच्छी जिहड़ी है वो सुत्तिया पे इंसान नूं भी मजबूर कर देंदी आ कि रात नूं उठ के वो पानी बार बार पीएगा। ये कहते ने भगत जी आखदे ने मीन पकड़ फाकियो और काटियो रांद कियो बहुबानी, खंड खंड कर भोजन कीनो तो ना बिसरियो पानी। पानी उन्होंने फिर भी नहीं भुलिया। महाराज कहते जे प्रीत प्रेम देखना है ते चंद ते चकोर दा तू देख सकदा है। जे प्रेम देखना है ते कमल दा देख, वो जल दे विच रहिंदा है। सतगुरु महाराज उदाहरण दिंदे ने। महाराज कहते ने देखो किसी ने कमल नूं आखिया, कह लगा देख कमल तू कितना सोहना लगदा है।
ਤੂੰ ਕਿੰਨਾ ਸੋਹਣਾ ਲੱਗਦਾ ਹੈ, ਤੇਰੇ ਤੇ ਸੁਗੰਧੀ ਕਿੰਨੀ ਆ ਤੇਰੇ ਕੋਲ, ਤੇਰੇ ਵਿੱਚ ਕੋਮਲਤਾ ਹੈ, ਤੈਨੂੰ ਭਵਰੇ ਦੂਰੋਂ ਆ ਕੇ ਤੇਰੀਆਂ ਪਰਿਕਰਮਾ ਕਰਦੇ ਆ। ਪਰ ਆ ਦੇਖ, ਆ ਜਲ ਥੋੜੀ ਜੀ ਹਵਾ ਮਿਲਦੀ ਹੈ ਪਾਣੀ ਨੂੰ, ਉਹ ਤੇਰੀਆਂ ਲਹਿਰਾਂ ਬਣਦਾ ਹੈ ਤੇ ਤੈਨੂੰ ਆ ਕੇ ਟੱਕਰਾਂ ਮਾਰਦਾ ਹੈ, ਤੈਨੂੰ ਹਿਲਾ ਕੇ ਰੱਖ ਦਿੰਦਾ ਹੈ। ਤੂੰ ਛੱਡਦਾ ਕਿਉਂ ਨਹੀਂ ਇਸ ਜਲ ਨੂੰ? ਉਹ ਕਹਿੰਦਾ ਨਹੀਂ, ਅਸਲ 'ਚ ਮੈਂ ਜਲ ਨੂੰ ਛੱਡ ਨਹੀਂ ਸਕਦਾ। ਕਹਿੰਦੇ ਕਿਉਂ? ਕਹਿੰਦੇ ਆ ਜਿਹੜੀ ਹਰਿਆਲੀ, ਆ ਜਿਹੜੀ ਖੂਬਸੂਰਤੀ, ਆ ਜਿਹੜਾ ਸੁਹੱਪਨ, ਆ ਜਿਹੜੀ ਕੋਮਲਤਾ, ਆ ਜਿਹੜੀ ਸੁਗੰਧੀ ਹੈ, ਇਹ ਸਾਰੀ ਇਸ ਪਾਣੀ ਦੇ ਕਰਕੇ ਹੈ। ਤੇ ਜੇ ਮੈਂ ਪਾਣੀ ਨੂੰ ਛੱਡ ਦਵਾਂਗਾ ਤੇ ਮੈਂ ਮੁਰਝਾ ਜਾਵਾਂਗਾ। ਮਹਾਰਾਜ ਇੱਕ ਉਦਾਹਰਨ ਦਿੰਦੇ ਨੇ 12 ਤੇ ਵਧੀਕ ਦੇ ਅੰਦਰ। ਸਤਿਗੁਰੂ ਮਹਾਰਾਜ ਆਖਦੇ ਨੇ, ਪਬਲ ਤੂੰ ਹਰਿਆਵਲਾ ਕਬਲਾ ਕੰਚਨ ਵਨ, ਕਹਿ ਦੁਖੜੇ ਸੜਿਓ ਓਹੇ, ਕਾਲੀ ਹੋਇਆ ਦੇਹਰੀ ਨਾਨਕ, ਦਾਣਾ ਪਾਣੀ ਨਾ ਰਹਾ, ਜੈ ਸੇਤੀ ਮੇਰਾ ਸੰਗ। ਉਹ ਕਹਿੰਦੇ ਨੇ ਕਿ ਕਮਲ ਜਿਹੜਾ ਸੀ ਉਹ ਇਸ ਕਰਕੇ ਸੜ ਤੇ ਸੁੱਕ ਗਿਆ ਕਿਉਂਕਿ ਉਹਦਾ ਪਾਣੀ ਦੇ ਨਾਲ ਸੰਬੰਧ ਟੁੱਟ ਗਿਆ। ਤੁਸੀਂ ਅਕਸਰ ਦੇਖੋ ਕਿ ਮੱਛੀ ਜਿਵੇਂ ਨਾ, ਇੱਕ ਵਿਦਵਾਨ ਨੇ ਭਾਵਨਾ ਬਣਾਈ, ਕਹਿੰਦਾ ਦਰਬਾਰ ਸਾਹਿਬ ਜਦੋਂ ਜਾਂਦੇ ਆ ਨਾ ਤੇ ਸਰੋਵਰ ਦੇ ਅਸੀਂ ਕੰਢੇ ਤੇ ਖਲੋਨੇ ਆ ਤੇ ਮੱਛੀਆਂ ਮੂੰਹ ਹਿਲਾਉਂਦੀਆਂ ਤੇ ਅਸੀਂ ਸੋਚਦੇ ਆ ਕਿ ਸ਼ਾਇਦ ਇਹ ਕੁਝ ਮੰਗਦੀਆਂ ਨੇ। ਉਹ ਕਹਿੰਦਾ ਨਹੀਂ, ਇਹ ਮੰਗਦੀਆਂ ਕੁਝ ਨਹੀਂ ਪਈਆਂ, ਇਹ ਤੈਨੂੰ ਦੱਸਦੀਆਂ ਪਈਆਂ ਕਿ ਜਿਵੇਂ ਸਾਡਾ ਜੀਵਨ ਪਾਣੀ ਹੈ, ਪਾਣੀ ਤੋਂ ਬਗੈਰ ਅਸੀਂ ਮਰ ਜਾਂਦੀਆਂ ਹੈ, ਤੇਰਾ ਜੀਵਨ ਬਾਣੀ ਹੋਣਾ ਚਾਹੀਦਾ। ਤੂੰ ਬਾਣੀ ਛੱਡ ਦੇ ਤੇ ਇਵੇਂ ਲੱਗੇ ਕਿ ਜ਼ਿੰਦਗੀ ਖਤਮ ਹੋ ਗਈ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਇਹ ਪ੍ਰੇਮ ਦੀ ਖੇਡ ਹੈ ਕਿ ਇੱਕ ਪਲ ਵਾਸਤੇ ਵੀ ਰੱਬ ਤੋਂ ਦੂਰੀ ਬਣ ਜਾਏ ਤੇ ਇਵੇਂ ਮਹਿਸੂਸ ਹੋਣ ਲੱਗ ਪਏ ਕਿ ਇਹ ਪ੍ਰਮਾਤਮਾ ਸੱਚੀ ਮੁੱਚੀ ਕਲਯੁਗ ਦਾ ਭਿਆਨਕ ਸਮਾਂ ਆ ਗਿਆ ਸਾਡੇ ਤੇ ਕਿ ਅਸੀਂ ਤੈਨੂੰ ਭੁੱਲ ਕੇ ਬੈਠ ਗਏ ਆ। ਅਸੀਂ ਨਿਤਨੇਮ ਛੱਡ ਕੇ ਬੈਠ ਗਏ ਆ, ਅਸੀਂ ਜਪਜੀ ਸਾਹਿਬ ਪੜ੍ਹਨਾ ਛੱਡ ਚੁੱਕੇ ਆ, ਅਸੀਂ ਸੇਵਾ ਕਰਨੀ, ਅਸੀਂ ਸੰਗਤ ਕਰਨੀ ਛੱਡ ਚੁੱਕੇ ਆ। ਇਹਦਾ ਅਰਥ ਹੈ ਕਿ ਕਲਯੁਗ ਉਦੋਂ ਵਾਪਰਿਆ ਹੈ ਜਦੋਂ ਅਸੀਂ ਰੱਬ ਨੂੰ ਭੁੱਲ ਗਏ ਹੋਈਏ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਮਹਾਰਾਜ ਕਹਿੰਦੇ ਤਾਂ ਕਲਯੁਗ ਹੈ। ਹੁਣ ਕਦ ਮਿਲੀਏ ਪ੍ਰੈਤੁਧ ਭਗਵੰਤਾ, ਮੋਹੇ ਰਹਿਣ ਨਾ ਬਿਹਾਵੇ, ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਓ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਾਤਾ ਤ੍ਰਿਪਤਾ ਦੀ ਆਖਦੇ ਨੇ, ਨਾਨਕ ਤੂੰ ਹਰ ਵੇਲੇ ਕਿਉਂ ਜਪਦਾ ਰਹਿਣਾ ਹੈ? ਸਤਿਗੁਰੂ ਮਹਾਰਾਜ ਕਹਿੰਦੇ, ਮਾਂ ਜੇ ਮੈਂ ਜਪਦਾ ਨਹੀਂ ਤੇ ਮੈਨੂੰ ਇਵੇਂ ਲੱਗਦਾ ਹੈ ਕਿ ਮੈਂ ਖਤਮ ਹੋ ਗਿਆ ਹੈ। ਆਖਾਂ ਜੀਵਾਂ ਵਿਸਰੇ ਮਰ ਜਾਓ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਰੱਬ ਦੇ ਨਾਲ ਤੁਸੀਂ ਬਹੁਤ ਸਾਰੀਆਂ ਉਦਾਹਰਨਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਮਿਲ ਜਾਂਦੀਆਂ, ਜਿਵੇਂ ਚਕਵੀ ਤੇ ਚਕਵੇ ਦੀ ਪ੍ਰੀਤ ਹੈ, ਜਿਵੇਂ ਪਪੀਹੇ ਦੀ ਸਵਾਂਤੀ ਬੂੰਦ ਨਾਲ ਪ੍ਰੀਤ ਆ, ਜਿਵੇਂ ਚਕੋਰ ਦੀ ਪ੍ਰੀਤ ਚੰਦਰਮਾ ਦੇ ਨਾਲ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ, ਮਨ ਰੇ ਕਿਉਂ ਛੁੱਟੇ ਬਿਨ ਪਿਆਰ, ਪਿਆਰ ਤੋਂ ਬਗੈਰ ਛੁਟਕਾਰਾ ਕਦੀ ਨਹੀਂ ਹੁੰਦਾ। ਸਤਿਗੁਰੂ ਮਹਾਰਾਜ ਪਾਤਸ਼ਾਹ ਫਿਰ ਆਖਦੇ ਨੇ ਕਿ ਜੋ ਤੋਂ ਪ੍ਰੇਮ ਖੇਲਣ ਕਾ ਚਾਓ। ਹੁਣ ਦੇਖੋ, ਦੁਨੀਆ ਦੀ ਖੇਡ ਜਿਹੜੀ ਕੋਈ ਵੀ ਖੇਡੋਗੇ ਉਹ ਚਾਹ ਦੇ ਨਾਲ ਖੇਡੀ ਜਾਂਦੀ, ਬਿਨਾਂ ਚਾਹ ਤੋਂ ਖੇਡਿਆ ਵੀ ਨਹੀਂ ਜਾਂਦਾ। ਆ ਬੱਚਾ ਬਿਮਾਰ ਹੋਵੇ ਨਾ ਘਰ ਦੇ ਵਿੱਚ, ਸਾਰੀ ਦੁਨੀਆ ਦੇ ਖਿਡੌਣੇ ਲਿਆ ਕੇ ਅੱਗੇ ਰੱਖ ਦੋ, ਰੋਈ ਜਾਏਗਾ, ਉਹਨਾਂ ਖਿਡੌਣਿਆਂ ਨੂੰ ਹੱਥ ਤੱਕ ਨਹੀਂ ਲਾਉਂਦਾ ਕਿਉਂਕਿ ਚਾਹ ਦੇ ਮਰਿਆ ਪਿਆ ਹੈ ਨਾ, ਜੇ ਤਾਂ ਰੋਗ ਚੇਤੇ ਆਉਂਦਾ ਪਿਆ ਹੈ। ਚਾਹ ਦੇ ਨਾਲ ਹੀ ਬੱਚਾ ਖਿਡੌਣਿਆਂ ਦੇ ਨਾਲ ਖੇਡਦਾ ਪਿਆ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ, ਜਿਹੜੀ ਖੇਡ ਹੀ ਪ੍ਰੇਮ ਦੀ ਆ, ਬਿਨਾਂ ਚਾਹ ਤੋਂ ਤੇ ਸਿਰ ਵੀ ਨਹੀਂ ਦਿੱਤੇ ਜਾਂਦੇ। ਬਿਨਾਂ ਚਾਹ ਤੋਂ ਕੌਣ ਸਿਰ ਦਿੰਦਾ ਜੇ? ਜੋ ਤੋਂ ਪ੍ਰੇਮ ਖੇਡਣ ਕਾ ਚਾਹੋ, ਜੇ ਪ੍ਰੇਮ ਖੇਡਣ ਦਾ ਚਾਹ ਹੈ ਤੇ ਮਹਾਰਾਜ ਕਹਿੰਦੇ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੇ। ਸਿਰ ਦੀਜੈ। ਹੁਣ ਜਿਹੜਾ ਪ੍ਰੇਮ ਦੇ ਵਿੱਚ ਖੇਡ, ਪ੍ਰੇਮ ਦੀ ਖੇਡਦਾ ਹੋਵੇ, ਉਹ ਫਿਰ ਪਿੱਛੇ ਥੋੜੀ ਹਟਦਾ ਕਿ ਸਿਰ ਮੇਰਾ ਚੱਲਿਆ ਹੈ। ਉਹ ਕਹਿੰਦਾ ਸਿਰ ਜਾਵੇ ਤਾਂ ਜਾਵੇ ਮੇਰਾ, ਉਸ ਕਹਿੰਦਾ ਸਿੱਧਕ ਨਿਭਣਾ ਚਾਹੀਦਾ ਹੈ। ਉਹ ਤੇ ਬਾਬਾ ਦੀਪ ਸਿੰਘ ਵਾਂਗੂ ਤਲੀ ਤੇ ਸੀਸ ਰੱਖ ਕੇ ਲੜਨ ਨੂੰ ਵੀ ਤਿਆਰ ਆ ਕਿ ਪ੍ਰੀਤ ਨਹੀਂ ਟੁੱਟਣੀ ਚਾਹੀਦੀ, ਪ੍ਰੇਮ ਨਹੀਂ ਜਾਣਾ ਚਾਹੀਦਾ। ਉਹ ਕਹਿੰਦਾ ਕਿ ਸਿਰ ਚਲੇ ਜਾਂਦਾ ਤੇ ਪਰਵਾਹ ਇਸ ਗੱਲ ਦੀ ਕੋਈ ਨਹੀਂ। ਮਹਾਰਾਜ ਅੱਜ ਆਖਦੇ ਆ ਕਿ ਰੱਬ ਦੀ ਜਿਹੜੀ ਭਾਸ਼ਾ ਹੈ ਉਹ ਪ੍ਰੇਮ ਆ। ਤੁਸੀਂ ਪੰਜਾਬੀ ਪੜੋ, ਤੁਸੀਂ ਗੁਰਮੁਖੀ ਪੜੋ,
ਤੁਸੀਂ ਕੋਈ ਵੀ ਭਾਸ਼ਾ ਦੁਨੀਆ ਦੀ ਸਿੱਖ ਕੇ ਦਾਅਵਾ ਨਹੀਂ ਕਰੋਗੇ ਕਿ ਜੋ ਮੈਨੂੰ ਆ ਗਿਆ ਇਸ ਨਾਲ ਮੈਂ ਰੱਬ ਨੂੰ ਪ੍ਰਾਪਤ ਕਰ ਸਕਦਾ ਹਾਂ। ਮਹਾਰਾਜ ਕਹਿੰਦੇ ਬਿਨਾਂ ਪਿਆਰ ਤੋਂ। ਮਹਾਰਾਜ ਗੁਰੂ ਰਾਮਦਾਸ ਮਹਾਰਾਜ ਜੀ ਇੱਕ ਉਦਾਹਰਨ ਦਿੱਤੀ ਮਹਾਰਾਜ ਜੀ ਦੇ ਜੀਵਨ ਚ ਮਿਲਦੀ ਇਤਿਹਾਸ ਦੀ ਕਥਾ। ਸਤਿਗੁਰੂ ਮਹਾਰਾਜ ਪਾਤਸ਼ਾਹ ਨੂੰ ਕੁਝ ਸਿੱਖ ਆਉਂਦੇ ਨੇ ਤੇ ਬੇਨਤੀ ਕਰਦੇ, ਮਹਾਰਾਜ ਕਿ ਅਸੀਂ ਦੁਕਾਨਦਾਰੀਆਂ ਕਰਦੇ ਹਾਂ, ਅਸੀਂ ਘਰ ਦੇ ਕੰਮਕਾਜ ਕਰਦੇ ਹਾਂ, ਪਰ ਸੱਚੇ ਪਾਤਸ਼ਾਹ ਮਹਾਰਾਜ ਅਸੀਂ ਇਸ ਗੱਲੋਂ ਡਰਦੇ ਹਾਂ ਕਿ ਸਾਡਾ ਜੀਵਨ ਜਿਹੜਾ ਹੈ ਉਹ ਪਤਾ ਨਹੀਂ ਅੱਗੇ ਜਾ ਕੇ ਕਿਵੇਂ ਦਾ ਹੋਵੇਗਾ। ਅਸੀਂ ਪਤਾ ਨਹੀਂ ਮਹਾਰਾਜ ਮੁਕਤ ਹੋਵਾਂਗੇ ਕਿ ਨਹੀਂ, ਅਸੀਂ ਤਾਂ ਅਰਥ ਪਰਮਾਰਥ ਕੁਝ ਵੀ ਨਹੀਂ ਜਾਣਦੇ। ਸਤਿਗੁਰੂ ਮਹਾਰਾਜ ਪਾਤਸ਼ਾਹ ਫਿਰ ਉੱਥੇ ਇੱਕ ਉਦਾਹਰਨ ਦਿੰਦੇ, ਕਹਿੰਦੇ ਦੇਖੋ ਜਿਮ ਜਿਸ ਦਿਨ ਘਰ ਕਾਜ ਸਿਧਾਰੇ ਤਿਆਗੋ ਕਬਹੂ ਨਾ ਲਾਗੇ ਪਿਆਰੇ। ਮਹਾਰਾਜ ਕਹਿੰਦੇ ਘਰ ਦਾ ਜਦੋਂ ਕੋਈ ਕੰਮ ਕਰਨਾ ਹੋਵੇ, ਡਿਊਟੀ ਤੇ ਜਾਣਾ ਹੋਵੇ, ਤੁਸੀਂ ਨੌਕਰੀ ਕਰਦੇ ਹੋ, ਤੁਸੀਂ ਦੁਕਾਨ ਕਰਦੇ ਹੋ, ਜਦੋਂ ਦੁਕਾਨ ਨੌਕਰੀ ਤੇ ਜਾਣਾ ਕਦੀ ਕਿਸੇ ਨੇ ਕੀਰਤਨ ਕਰਕੇ ਆਖਿਆ ਕਿ ਚੱਲ ਤੇਰੀ ਡਿਊਟੀ ਦਾ ਟਾਈਮ ਹੋ ਗਿਆ, ਤੇਰੀ ਸ਼ਿਫਟ ਲੱਗਣੀ ਆ। ਸ਼ਿਫਟ ਤੇ ਜਾਣ ਲੱਗਿਆ ਕਦੀ ਕਥਾ ਸੁਣਾਈ ਕਿਸੇ ਨੇ ਕਿ ਤੈਨੂੰ ਕਥਾ ਸੁਣਾਵਾਂ, ਉੱਠ ਛੇਤੀ ਕਰ ਜਾ ਕੇ ਉਦਮ ਕਰ, ਤੈਨੂੰ ਪੈਸੇ ਮਿਲਣਗੇ ਸ਼ਿਫਟ ਦੇ। ਸਤਿਗੁਰੂ ਮਹਾਰਾਜ ਕਹਿੰਦੇ ਜਿਮ ਨਿਸ ਦਿਨ ਘਰ ਕਾਰ ਸਿਧਾਰੇ ਤਿਆਗੋ ਕਬਹੂ ਨਾ ਲਾਗੇ ਪਿਆਰੇ। ਜਿਵੇਂ ਘਰ ਦੇ ਕੰਮਕਾਰ ਨੂੰ ਤੁਸੀਂ ਛੱਡਦੇ ਨਹੀਂ ਨਾ, ਪਿਆਰੇ ਲੱਗਦੇ ਆ। ਮਹਾਰਾਜ ਕਹਿੰਦੇ ਕਿਉਂ ਪਿਆਰੇ ਲੱਗਦੇ ਆ? ਮਹਾਰਾਜ ਜਦੋਂ ਕੰਮ ਕਰੀਦਾ ਹੈ ਤੇ ਉਦੋਂ ਪੈਸੇ ਆਉਂਦੇ ਆ ਨਾ, ਸ਼ਿਫਟ ਲਾਉਣ ਜਾਂਦੇ ਆ ਤੇ ਪੌਂਡ ਆਉਂਦੇ ਆ ਨਾ, ਨੌਕਰੀ ਕਰਾਂਗੇ ਤੇ ਪੈਸੇ ਆਉਣਗੇ ਘਰ ਦੇ ਵਿੱਚ ਤੇ ਤਾਂ ਲੋੜਾਂ ਪੂਰੀਆਂ ਹੋਣਗੀਆਂ। ਜੇ ਪੈਸੇ ਨਹੀਂ ਆਉਣਗੇ ਤੇ ਬੱਚਿਆਂ ਵਾਸਤੇ ਅਸੀਂ ਕੱਪੜੇ ਨਹੀਂ ਖਰੀਦ ਸਕਾਂਗੇ, ਖਾਣ ਨੂੰ ਰੋਟੀ ਨਹੀਂ ਖਰੀਦ ਸਕਾਂਗੇ। ਸਾਡੀਆਂ ਲੋੜਾਂ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣਾ ਹੋਵੇ ਤੇ ਬਿਨਾਂ ਪੈਸੇ ਤੋਂ ਲੋੜ ਪੂਰੀ ਨਹੀਂ ਹੋਏਗੀ। ਮਹਾਰਾਜ ਇਸ ਕਰਕੇ ਅਸੀਂ ਘਰ ਦੇ ਕੰਮਕਾਰ ਨੂੰ ਪਿਆਰ ਕਰਦੇ ਆ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਮ ਨਿਸ ਦਿਨ ਘਰ ਕਾਜ ਸਿਧਾਰੇ ਤਿਆਗੋ ਕਬਹੂ ਨਾ ਲਾਗੇ ਪਿਆਰੇ। ਤਥਾ ਪਿਆਰ ਕਰੋ ਗੁਰਬਾਣੀ। ਕਿਸੇ ਨੇ ਕੀਰਤਨ ਸੁਣਾ ਕੇ ਕਥਾ ਕਰਕੇ ਨਹੀਂ ਆਖਿਆ ਕਿ ਤੁਸੀਂ ਕੰਮ ਨੂੰ ਪਿਆਰ ਕਰੋ, ਅਸੀਂ ਫਿਰ ਵੀ ਕਰਦੇ ਪਏ ਆ। ਮਹਾਰਾਜ ਕਹਿੰਦੇ ਇਵੇਂ ਦਾ ਪਿਆਰ ਕਿਤੇ ਤੂੰ ਬਾਣੀ ਦੇ ਨਾਲ ਪਾ ਲਾ। ਤਥਾ ਪਿਆਰ ਕਰੋ ਗੁਰਬਾਣੀ ਪਠਨ ਸੁਨਨ ਕੀਚਰ ਠਾਣੀ। ਹੁਣ ਕੰਮ ਦਾ ਪਿਆਰ ਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੰਨੇ ਵਜੇ ਜਾਣਾ ਤੇ ਇੰਨੇ ਵਜੇ ਆਉਣਾ, ਆਹ ਕੰਮ ਕਰਨਾ। ਸਤਿਗੁਰੂ ਮਹਾਰਾਜ ਕਹਿੰਦੇ ਫਿਰ ਬਾਣੀ ਨਾਲ ਪਿਆਰ ਕਿਵੇਂ ਕਰਨਾ? ਪਠਨ ਸੁਨਨ ਕੀਚੇ ਰੁਚ ਠਾਣੀ। ਬਾਣੀ ਨੂੰ ਪੜ੍ਹਨਾ ਤੇ ਪ੍ਰੇਮ ਸਹਿਤ ਪੜ੍ਹਨਾ ਹੈ। ਇਹ ਨਹੀਂ ਕਹਿਣਾ ਕਿ ਅੱਜ ਮੈਂ ਸਹਿਜ ਪਾਠ ਕਰਨ ਵਾਸਤੇ ਬੈਠ ਗਿਆ ਤੇ ਮੈਂ ਘੰਟੇ ਦੇ ਵਿੱਚ 50 ਅੰਗੀ ਕਰ ਲੈਣੇ ਨੇ। ਮਹਾਰਾਜ ਕਹਿੰਦੇ ਨੇ ਇਹ ਗੁਰੂ ਦਾ ਸਰੀਰ ਹੈ, ਗੁਰਬਾਣੀ ਗੁਰੂ ਦਾ ਸਰੀਰ ਹੈ, ਪ੍ਰਗਟ ਗੁਰਾਂ ਕੀ ਦੇਹ ਹੈ। ਬਾਣੀ ਨੂੰ ਬਿਲਕੁਲ ਏਦਾਂ ਧਿਆਨ ਦੇ ਨਾਲ ਪੜੋ ਕਿ ਐਵੇਂ ਲੱਗੇ ਕਿ ਤੁਸੀਂ ਗੁਰੂ ਨਾਨਕ ਨਾਲ ਗੱਲਾਂ ਕਰਦੇ ਪਏ ਹੋ। ਐਵੇਂ ਨਹੀਂ ਕਿ ਬੱਧਾ ਚੱਟੀ ਨਹੀਂ ਕਿ ਬਾਣੀ ਪੜ੍ਹੀ ਵੀ ਤੇ ਪਤਾ ਵੀ ਨਹੀਂ ਲੱਗਾ ਕਿ ਕਿੰਨਾ ਚਿਰ ਬੈਠੇ ਤੇ ਕੀ ਪੜਿਆ, ਕਿਹੜਾ ਸ਼ਬਦ ਪੜਿਆ, ਮਹਾਰਾਜ ਨੇ ਉਹਦੇ ਵਿੱਚ ਕੀ ਅਰਥ ਦਿੱਤਾ, ਬਸ ਪੜ੍ਹੀ ਗਏ। ਸਤਿਗੁਰੂ ਮਹਾਰਾਜ ਕਹਿੰਦੇ ਐਵੇਂ ਨਹੀਂ, ਬਾਣੀ ਨੂੰ ਐਵੇਂ ਪੜੋ ਕਿ ਜਿਵੇਂ ਗੁਰੂ ਨਾਨਕ ਸਾਲਮੁਖ ਬੈਠ ਕੇ ਸੁਣਦੇ ਪਏ ਨੇ। ਇੱਕ ਸ਼ਾਇਦ ਸਾਖੀ ਰਿਪੀਟ ਕਰਨ ਲੱਗਿਆ ਜੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਇੱਧਰ ਅਸਾਮ ਵਾਲੇ ਪਾਸੇ ਜਦੋਂ ਗਏ ਨੇ, ਉੱਥੇ ਇੱਕ ਸਿੱਖ ਹੋਇਆ ਜੀ ਭਾਈ ਝੰਡਾ, ਉਹਨੂੰ ਝੰਡਾ ਬਾਟੀ ਕਰਕੇ ਕਿਹਾ ਗਿਆ। ਸਤਿਗੁਰੂ ਮਹਾਰਾਜ ਉਹਦੇ ਘਰ ਦੇ ਵਿੱਚ ਪਹੁੰਚਦੇ ਨੇ ਤੇ ਉਹਨੇ ਇੱਕ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਬਾਣੀ ਪੜ੍ਹੀ ਦੀ ਹੈ ਨਾ ਜਦੋਂ, ਤੇ ਰਸ ਨਹੀਂ ਬਣਦਾ, ਆਨੰਦ ਨਹੀਂ ਆਉਂਦਾ। ਇੱਕ ਤਾਂ ਇਹ ਮਨ ਦੇ ਵਿੱਚ ਕਦੀ ਨਾ ਲਿਆਓ ਕਿ ਬਾਣੀ 'ਚ ਆਨੰਦ ਨਹੀਂ ਆ। ਜਦੋਂ ਘਰ ਦੇ ਵਿੱਚ ਸਬਜ਼ੀ ਬਹੁਤੀ ਸਵਾਦ ਬਣੀ ਹੋਵੇ ਪਰ ਬੁਰਕੀ ਤੋੜ ਕੇ ਮੂੰਹ ਦੇ ਵਿੱਚ ਪਾਓ ਤੇ ਸਵਾਦ ਨਾ ਲੱਗੇ, ਇਹਦਾ ਮਤਲਬ ਇਹ ਨਹੀਂ ਕਿ ਸਬਜ਼ੀ ਵਿੱਚ ਸਵਾਦ ਨਹੀਂ ਸੀ। ਇਹਦਾ ਅਰਥ ਇਹ ਸੀ ਕਿ ਬਿਮਾਰ ਹੋ ਚੁੱਕੇ ਆ, ਜੀਵ ਦਾ ਸਵਾਦ ਬਦਲ ਚੁੱਕਿਆ ਹੈ। ਜਿੰਦਾ ਅੰਦਰ ਤੀਨੇ ਤਾਪ ਨਿਵਾਰਨ ਹਾਰਾ ਨਾ, ਅੰਦਰ ਰਜੋ ਗੁਣ ਤਮੋ ਗੁਣ ਸਤੋ ਗੁਣ ਪਰਤਦੇ ਪਏ ਨੇ। ਅੰਦਰ ਤਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਅੰਮ੍ਰਿਤ ਲੁੱਟ ਕੇ ਬੈਠੇ ਹੋਏ ਨੇ। ਤੇ ਮਹਾਰਾਜ ਕਹਿੰਦੇ ਦੂਜੇ ਪਾਸੇ ਕਮੇ ਕਿ ਪਹਿਲੇ ਦਿਨ ਬਾਣੀ ਦਾ ਸਵਾਦ। ਮਹਾਰਾਜ ਕਹਿੰਦੇ ਇਹਨੇ ਤੇ ਪਹਿਲਾਂ ਬਿਮਾਰੀ ਠੀਕ ਕਰਨੀ ਹੈ, ਪਹਿਲਾਂ ਰੋਗ ਠੀਕ ਹੋਏਗਾ,
ਪਹਿਲਾਂ ਬਿਮਾਰੀ ਠੀਕ ਹੋਏਗੀ ਤੇ ਫਿਰ ਸਵਾਦ ਆਉਣਾ ਸ਼ੁਰੂ ਹੋਏਗਾ। ਸਤਿਗੁਰੂ ਮਹਾਰਾਜ ਕਹਿੰਦਾ ਮਹਾਰਾਜ ਆਨੰਦ ਨਹੀਂ ਆਇਆ। ਸਤਿਗੁਰੂ ਮਹਾਰਾਜ ਨੇ ਧੰਨ ਗੁਰੂ ਨਾਨਕ ਦੇਵ ਜੀ ਨੇ ਭਾਈ ਝੰਡੇ ਨੂੰ ਸਾਹਮਣੇ ਬਿਠਾ ਲਿਆ ਆਪਣੇ। ਮਹਾਰਾਜ ਨੇ ਕਿਹਾ ਕਿ ਹੁਣ ਪੜੋ। ਉਹਨੇ ਬਾਣੀ ਪੜ੍ਹਨੀ ਸ਼ੁਰੂ ਕੀਤੀ। ਸਮਾਪਤੀ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਨਮਸਕਾਰ ਕਰਕੇ ਆਖਦਾ ਮਹਾਰਾਜ ਜਿੰਨਾ ਅੱਜ ਆਨੰਦ ਆਇਆ ਇੰਨਾ ਆਇਆ ਕਦੀ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਅੱਜ ਕਿਉਂ? ਸੱਚੇ ਪਾਤਸ਼ਾਹ ਮਹਾਰਾਜ ਅੱਜ ਤੁਸੀਂ ਸਾਹਮਣੇ ਬੈਠੇ ਹੀ ਤਾਂ ਆਇਆ। ਤੇ ਮਹਾਰਾਜ ਕਹਿੰਦੇ ਨੇ ਹਮੇਸ਼ਾ ਜਦੋਂ ਬਾਣੀ ਪੜੋ ਐਵੇਂ ਪੜੋ ਕਿ ਗੁਰੂ ਨਾਨਕ ਸਾਹਮਣੇ ਬੈਠਾ ਤੇ ਗੁਰੂ ਨਾਨਕ ਨੂੰ ਸੁਣਾਉਂਦੇ ਪਏ ਆ। ਬਾਬੇ ਨਾਨਕ ਦੀ ਬਾਣੀ ਸਤਿਗੁਰੂ ਮਹਾਰਾਜ ਨੂੰ ਸੁਣਾਉਂਦੇ ਪਏ ਆ ਤੇ ਉਹ ਭਾਈ ਝੰਡਾ ਇੰਨੇ ਪ੍ਰੇਮ ਦੇ ਵਿੱਚ ਜੁੜਿਆ। ਸਵੇਰੇ ਘਰੋਂ ਗਿਆ, ਮਹਾਰਾਜ ਨੂੰ ਬੇਨਤੀ ਕਰਕੇ ਗਿਆ ਸੱਚੇ ਪਾਤਸ਼ਾਹ ਮੈਂ ਕੁਝ ਖਾਣੇ ਦਾ ਪ੍ਰਬੰਧ ਕਰ ਲਾਂ, ਗਰੀਬ ਜਿਹਾ ਸੀ ਵਿਚਾਰਾ। ਸਤਿਗੁਰੂ ਮਹਾਰਾਜ ਆਉਂਦਿਆਂ ਨੂੰ ਭਾਈ ਮਰਦਾਨੇ ਨੂੰ ਕਹਿੰਦੇ ਨੇ ਇਹਦਾ ਸਮਾਨ ਘਰ ਚੋਂ ਚੁੱਕ ਕੇ ਬਾਹਰ ਸੁੱਟ ਦੇ। ਉਹਦਾ ਸਮਾਨ ਸੁੱਟਣਾ ਬਾਹਰ ਸ਼ੁਰੂ ਕਰ ਦਿੱਤਾ। ਉਹ ਆਇਆ, ਉਹਨੇ ਕੁਝ ਨਹੀਂ ਕਿਹਾ ਪਰ ਹੱਥ ਜੋੜ ਕੇ ਅੱਖਾਂ ਭਰ ਰਹੀਆਂ, ਮਹਾਰਾਜ ਮੇਰੀ ਗਲਤੀ ਤਾਂ ਦੱਸੋ, ਕਮੀ ਕਿੱਥੇ ਰਹੀ? ਮਹਾਰਾਜ ਕੁਝ ਨਹੀਂ ਬੋਲੇ। ਮਹਾਰਾਜ ਮਰਦਾਨੇ ਨੂੰ ਆਖਦੇ ਮਰਦਾਨਿਆ ਇਹਦੇ ਝੰਡੇ ਦੇ ਘਰ ਨੂੰ ਹੁਣ ਅੱਗ ਲਾ ਦੇ। ਮਹਾਰਾਜ ਮੈਨੂੰ ਕੋਈ ਗਿਲਾ ਨਹੀਂ, ਤੁਸੀਂ ਅੱਗ ਲਾ ਦਿਓ ਇਹ ਤੁਹਾਡਾ ਹੀ ਆ, ਪਰ ਮਹਾਰਾਜ ਮੈਨੂੰ ਦੱਸੋ ਤੇ ਸਹੀ ਮੈਂ ਗੁਨਾਹ ਕੀ ਕੀਤਾ? ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜਿੰਦਾ ਮਨ ਇੰਨਾ ਪਿਆਰਾ ਹੋਵੇ, ਜਿਹਦੇ ਹਿਰਦੇ ਵਿੱਚ ਗੁਰੂ ਨਾਨਕ ਆ ਕੇ ਬੈਠਦੇ, ਉਹ ਝੁੱਗੀਆਂ 'ਚ ਨਹੀਂ ਰਹਿੰਦੇ, ਉਹ ਤੇ ਮਹਿਲਾਂ ਵਿੱਚ ਰਹਿੰਦੇ ਆ। ਤੋ ਝੁੱਗੀ ਵਿੱਚ ਨਹੀਂ ਰਹੇਗਾ ਅੱਜ ਤੋਂ ਬਾਅਦ। ਸਤਿਗੁਰੂ ਮਹਾਰਾਜ ਇਹ ਬਾਣੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਹੈ ਤੇ ਜਦੋਂ ਪੜ੍ਹਨੀ ਹੈ ਉਦੋਂ ਇੰਨੇ ਕੁ ਪ੍ਰੇਮ ਦੇ ਵਿੱਚ ਪੜੋ ਕਿ ਗੁਰੂ ਨਾਨਕ ਦੇਵ ਮਹਾਰਾਜ ਸੁਣਦੇ ਪਏ ਆ। ਪਹਿਲੋਂ ਤੇ ਅਜੇ ਤਾਂ ਚਲੋ ਭਾਵਨਾ ਬਣਾਉਣੀ ਪਏਗੀ ਨਾ। ਡਾਕਟਰ ਰਵਿੰਦਰਨਾਥ ਟੈਗੋਰ ਨੂੰ ਕਿਸੇ ਨੇ ਪੁੱਛਿਆ ਸੀ ਦੱਸੋ ਬਲਾਈਂਡ ਫੇਥ ਜ਼ਰੂਰੀ ਹੈ, ਧਰਮ ਦੇ ਵਿੱਚ ਅੰਧ ਵਿਸ਼ਵਾਸ ਜ਼ਰੂਰੀ ਹੈ? ਉਹ ਕਹਿੰਦੇ ਹਾਂ ਬਿਲਕੁਲ ਜ਼ਰੂਰੀ ਆ, ਪਰ ਇਹ ਹੈ ਕਿ ਜਿਹਦੇ ਤੇ ਫੇਥ ਕਰਦੇ ਹੋ ਉਹ ਬਲਾਈਂਡ ਨਾ ਹੋਵੇ, ਜਿਹਦੇ ਤੇ ਵਿਸ਼ਵਾਸ ਕਰਦੇ ਹੋ ਉਹ ਅੰਨਾ ਨਾ ਹੋਵੇ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਖੇਡ ਹੀ ਇੱਥੋਂ ਤੁਰਦੀ ਆ। ਪਹਿਲੋਂ ਮੰਨਣਾ ਪੈਂਦਾ ਹੈ ਕਿ ਗੁਰੂ ਹੈ, ਇਸ ਤੋਂ ਅੱਗੇ ਫਿਰ ਉਹਦੇ ਦਰਸ਼ਨ ਵੀ ਹੁੰਦੇ ਨੇ। ਮਹਾਰਾਜ ਜੀ ਦੀ ਬਾਣੀ ਪੜ੍ਹ ਕੇ ਦੇਖੋ, ਮਿਲੇ ਪ੍ਰਤੱਖ ਗੁਸਾਈਆਂ, ਭਗਤ ਧੰਨੇ ਜੀ ਦਾ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਨੇ ਉਹ ਉਚਾਰਨ ਕੀਤਾ। ਗੋਬਿੰਦ 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 ਸਿੰਘ ਨਾਮ ਦਿਓ ਮਨ ਲੀਨਾ, ਆੜ ਦਾਮ ਕੋਸ਼ੀ ਪ੍ਰੋ ਹੋਇਓ ਲੋਕੀਨਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸਾਰੇ ਭਗਤਾਂ ਦੀ ਗੱਲ ਕਰਕੇ ਮਹਾਰਾਜ ਕਬੀਰ ਦੀ ਕਰਦੇ ਆ, ਨਾਮਦੇਵ ਦੀ ਕਰਦੇ ਆ, ਰਵਿਦਾਸ ਦੀ ਕਰਦੇ ਆ, ਸੈਣ ਦੀ ਕਰਦੇ ਆ ਤੇ ਮਹਾਰਾਜ ਅਖੀਰ ਤੇ ਕਹਿੰਦੇ ਆ ਇਹ ਬਿੰਦ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ। ਕੌਣ ਜਾਣਦਾ ਸੀ ਕਿ ਰੱਬ ਸੱਚੀ ਐਵੇਂ ਨਹੀਂ ਦਿਸ ਪੈਂਦਾ ਸਾਹਮਣੇ? ਕਿਸੇ ਨੂੰ ਯਕੀਨ ਨਹੀਂ। ਔਰ ਨਵੇਂ ਜਗਿਆਸੂ ਨੂੰ ਤੇ ਬਿਲਕੁਲ ਨਹੀਂ ਆਉਂਦਾ। ਉਹ ਕਹਿੰਦਾ ਨਹੀਂ ਜੀ ਐਵੇਂ ਧਰਮ ਦੀਆਂ ਗੱਲਾਂ, ਹੁਣ ਜਿਹੜੀ ਚੀਜ਼ ਮੇਰੇ ਨਾਲ ਨਹੀਂ ਵਾਪਰੀ ਜਾਂ ਮੈਨੂੰ ਮਹਿਸੂਸ ਨਹੀਂ ਹੋਈ, ਇਹਦਾ ਮਤਲਬ ਇਹ ਨਹੀਂ ਨਾ ਕਿ ਧਰਮ ਦੇ ਵਿੱਚ ਉਹ ਹੋ ਹੀ ਨਹੀਂ ਸਕਦੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਪਹਿਲੋਂ ਭਰੋਸਾ ਕਰਕੇ ਬੈਠ, ਜਿੱਦਣ ਭਰੋਸਾ ਕਰਕੇ ਬੈਠ ਜਾਏਗਾ ਫਿਰ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਸਤਿਗੁਰੂ ਮਹਾਰਾਜ ਆਖਦੇ ਨੇ ਕਿ ਉਸ ਰੱਬ ਦੀ ਭਾਸ਼ਾ ਜਿਹੜੀ ਹੈ ਉਹ ਪ੍ਰੇਮ ਹੈ। ਬਿਨਾਂ ਪ੍ਰੇਮ ਤੋਂ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦੇ। ਅੱਗੇ ਸਤਿਗੁਰੂ ਮਹਾਰਾਜ ਆਖਦੇ ਨੇ ਆਖੇ ਮੰਗੇ ਦੇਹ ਦੇਹ ਦਾਤ ਕਰੇਗਾ ਤਾਰ। ਅਸੀਂ ਆਖਦੇ ਆ, ਅਸੀਂ ਮੰਗਦੇ ਪਏ ਆ, ਬਾਰ-ਬਾਰ ਮੰਗਦੇ ਪਏ ਆ ਤੇ ਅਸੀਂ ਇਹ ਆਖੀ ਜਾਂਦੇ ਕਿ ਆ ਵੀ ਦੇ। ਸੱਚੇ ਪਾਤਸ਼ਾਹ ਮਹਾਰਾਜ ਤੋਂ ਪਹਿਲਾਂ ਮੰਗਦੇ ਆ ਤੇ ਫਿਰ ਕਈ ਵਾਰੀ ਦਾਤੇ ਬਣ ਕੇ ਬੈਠ ਜਾਂਦੇ ਆ। ਇੱਕ ਜੀ ਸੇਵਾ ਪੰਥੀ ਮਹਾਂਪੁਰਸ਼ ਹੋਏ ਨੇ ਬੁੱਧੂ ਸਾਹਿਬ ਜੀ, ਸੇਵਾ ਪੰਥੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੇ। ਇਹ ਸੇਵਾ ਪੰਥੀ ਮਹਾਂਪੁਰਖ ਸੀ ਤੇ ਹੈ ਬੜੀ ਕਮਾਈ ਵਾਲੇ। ਮਹਾਰਾਜਾ ਰਣਜੀਤ ਸਿੰਘ ਨਾਲ ਮੁਲਤਾਨ ਨੂੰ ਜਾਂਦੇ ਪਏ ਨੇ ਤੇ ਰਸਤੇ ਵਿੱਚ ਕਿਸੇ ਨੇ ਦੱਸਿਆ, ਕਹਿ ਲੱਗੇ ਕਿ ਇੱਥੇ ਬੜੇ ਪਹੁੰਚੇ ਹੋਏ ਮਹਾਂਪੁਰਖ ਰਹਿੰਦੇ ਨੇ ਬੁੱਧੂ ਸਾਹਿਬ ਜੀ, ਤੁਸੀਂ ਉਹਨਾਂ ਦੇ ਕੋਲ ਜਾਓ ਤੇ ਅਰਦਾਸ ਕਰਾਓ, ਰੱਬ ਤੁਹਾਨੂੰ ਜਿੱਤ ਦੇਵੇਗਾ। ਜਦੋਂ ਮਹਾਰਾਜਾ ਰਣਜੀਤ ਸਿੰਘ ਜਾਂਦੇ ਆ ਨਾ, ਉਦੋਂ ਜਿਹੜੇ
ਉਹ ਗੁਰਮੁਖ ਪਿਆਰੇ ਸਨ। ਬੁੱਧੂ ਸਾਹਿਬ ਜੀ ਉਹ ਭਾਂਡੇ ਸਾਫ਼ ਕਰਦੇ ਪਏ ਸੀ, ਬਰਤਨ ਮਾਂਜਣ ਦੀ ਸੇਵਾ ਕਰੀ ਜਾਂਦੇ ਸੀ। ਮਹਾਰਾਜਾ ਰਣਜੀਤ ਸਿੰਘ ਨੇ ਦੇਖਿਆ ਕਿ ਗੁਰਮੁਖ ਪਿਆਰਾ ਲੱਗਦਾ, ਕਿਉਂ ਨਾ ਇਹਨਾਂ ਨੂੰ ਪੁੱਛਾਂ ਕਿ ਬੁੱਧੂ ਸਾਹਿਬ ਜੀ ਕਿੱਥੇ ਨੇ। ਉਹਨੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਨੇ ਬੇਨਤੀ ਕੀਤੀ, ਕਹਿ ਲੱਗੇ ਬੁੱਧੂ ਸਾਹਿਬ ਜੀ ਕਿੱਥੇ ਨੇ। ਉਹ ਹੱਥ ਧੋਤੇ ਤੇ ਬਾਹ ਫੜ ਕੇ ਮਹਾਰਾਜਾ ਰਣਜੀਤ ਸਿੰਘ ਦੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲੈ ਗਿਆ। ਕਹਿੰਦਾ ਸਾਹਿਬ ਆਏ ਤੇ ਬੁੱਧੂ ਮੈਂ ਆ। ਹੱਥ ਜੋੜ ਕੇ ਆਖਦੇ ਨੇ, ਕਹਿਣ ਲੱਗੇ ਫਿਰ ਅਰਦਾਸ ਕਰੋ ਗੁਰੂ ਚਰਨਾਂ ਵਿੱਚ ਕਿ ਮੈਨੂੰ ਜਿੱਤ ਮਿਲ ਜਾਵੇ, ਮੈਂ ਜਿੱਤ ਜਾਵਾਂ। ਹੁਣ ਦੇਖੋ ਅਰਦਾਸ ਕੀ ਕੀਤੀ। ਬੁੱਧੂ ਸਾਹਿਬ ਆਖਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਲੋਕ ਇਹਨੂੰ ਮਹਾਰਾਜਾ ਆਖਦੇ ਪਰ ਮੰਗਤਾ ਬਣ ਕੇ ਆਇਆ ਅੱਜ ਤੇਰੇ ਦਰ ਦੇ ਉੱਤੇ, ਇਹਦੀ ਝੋਲੀ ਦੇ ਵਿੱਚ ਜਿੱਤ ਦੀ ਦਾਤ ਪਾ ਦੇਵੀਂ। ਇਸ ਮੰਗਤੇ ਦੀ ਝੋਲੀ ਵਿੱਚ ਜਿੱਤ ਦੀ ਦਾਤ ਪਾਈ। ਤੇ ਜਿੱਦਣ ਮਹਾਰਾਜਾ ਰਣਜੀਤ ਸਿੰਘ ਜਿੱਤ ਕੇ ਆਉਂਦਾ ਹੈ, ਉਧਰ ਫਿਰ ਉਹ ਬੁੱਧੂ ਸਾਹਿਬ ਜੀ ਨੂੰ ਮਿਲਣ ਵਾਸਤੇ ਆਇਆ ਤੇ ਆਉਂਦੇ ਆਖਦਾ ਦੱਸੋ ਕੀ ਚਾਹੀਦਾ, ਮੈਂ ਤੁਹਾਨੂੰ ਕੀ ਦੇ ਕੇ ਜਾਵਾਂ। ਬਾਂਹ ਫੜ ਕੇ ਕਹਿੰਦੇ ਇੱਥੇ ਨਹੀਂ ਉੱਥੇ ਚੱਲ। ਪਹਿਲੋਂ ਅੰਦਰ ਜਾ ਕੇ ਆਖਦੇ ਮਹਾਰਾਜ ਕੀ ਕੀਤਾ ਜੇ, ਕੱਲ ਭਿਖਾਰੀ ਬਣ ਕੇ ਆਇਆ ਸੀ ਤੇ ਅੱਜ ਦਾਤਾ ਬਣਿਆ ਬੈਠਾ ਜੇ। ਕੱਲ ਇਹ ਮੰਗਦਾ ਪਿਆ ਸੀ ਕਿ ਜਿੱਤ ਮਿਲਦੀ ਅਰਦਾਸ ਕਰੋ ਤੇ ਅੱਜ ਦਾਤਾ ਬਣ ਕੇ ਕਹਿੰਦਾ ਕਿ ਦੱਸੋ ਦੇ ਕੇ ਕੀ ਜਾਵਾਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਆਖੇ ਮੰਗੇ ਦੇਹ ਦੇਹ ਦਾਤ ਕਰੇ ਤਾਂ ਤਾਰ। ਪਹਿਲੋਂ ਦਾਤੇ ਤੋਂ ਦਾਤਾ ਮੰਗਦੇ ਪਏ ਨੇ ਕਿ ਦਾਤਾ ਜੀ ਆਹ ਦਾਤ ਦਿਓ। ਫਿਰ ਆਖਦੇ ਨੇ ਫੇਰ ਕਿ ਅੱਗੇ ਰੱਖੀ ਹੈ। ਜੇ ਦਿਸੇ ਦਰਬਾਰ ਨੂੰ ਕੇ ਦਾਅਵੇ ਕਰਦੇ ਆ ਕਿ ਦੱਸੋ ਕੀ ਭੇਟ ਕਰਾਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਮਹਾਰਾਜ ਕਹਿੰਦੇ ਨੇ ਪਹਿਲੋਂ ਤਨ ਵੀ ਸੌਂਪਦੇ, ਮਨ ਵੀ ਸੌਂਪਦੇ, ਧਨ ਵੀ ਸੌਂਪਦੇ। ਫਿਰ ਮਹਾਰਾਜ ਕਹਿੰਦੇ ਨੇ ਬਸ ਇੱਥੇ ਨਹੀਂ, ਫਿਰ ਵੀ ਹੁਕਮ ਮੰਨਣਾ ਪੈਣਾ। ਜਿਹਨੂੰ ਮਹਾਰਾਜ ਕਹਿੰਦੇ ਨੇ ਕਿਵ ਸਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ। ਇਹ ਉਸ ਪੌੜੀ ਦੀ ਵਿਆਖਿਆ ਜਿਹੜੀ ਮਹਾਰਾਜ ਸ਼ੁਰੂਆਤ ਵਿੱਚ ਕਰਦੇ ਪਏ ਆ। ਮਹਾਰਾਜ ਕਹਿੰਦੇ ਨੇ ਇੱਥੇ ਇਹਦਾ ਉਚਾਰ ਨਹੀਂ ਕਰਨਾ, ਫੇਰ ਇੱਥੇ ਕੇ ਨਹੀਂ ਕਹਿਣਾ, ਇਹਨੂੰ ਕਹਿਣਾ ਫੇਰ ਕੇ ਅੱਗੇ ਰੱਖੀ ਹੈ। ਅੱਗੇ ਇਹਦੇ ਗੁਲਾਮਾਂ ਦੇ ਨਾਲ ਅੱਗੇ ਹੈ, ਫੇਰ ਕੇ ਅੱਗੇ ਰੱਖੀ ਹੈ। ਜਿੱਤ ਦਿਸੇ ਦਰਬਾਰ ਕਿ ਹੇ ਵਾਹਿਗੁਰੂ ਜੀ ਦੱਸੋ ਮੈਂ ਕੀ ਭੇਟ ਕਰਾਂ ਜਿਸ ਭੇਟਾ ਕਰਨ ਦੇ ਨਾਲ ਤੇਰਾ ਘਰ ਪ੍ਰਾਪਤ ਹੋ ਜਾਏ, ਤੇਰਾ ਦਰਬਾਰ ਦਿਸ ਪਵੇ। ਦਰਬਾਰ ਦੇ ਵੈਸੇ ਅਰਥ ਵਿਦਵਾਨ ਕਰਦੇ ਨੇ ਕਚਹਿਰੀ। ਹੇ ਵਾਹਿਗੁਰੂ ਜੀ ਦੱਸ ਤੇਰਾ ਘਰ ਕਿਵੇਂ ਦਿਸੇਗਾ, ਦੱਸ ਮੈਂ ਕੀ ਭੇਟਾ ਕਰਾਂ। ਫਿਰ ਇਸ ਤੋਂ ਅੱਗੇ ਆਖਦੇ ਨੇ ਮੂੰਹੋਂ, ਇੱਥੇ ਵਿਸ਼ਰਾਮ ਹੈ ਜੀ, ਪਹਿਲਾਂ ਫੇਰ ਤੇ ਵਿਸ਼ਰਾਮ ਹੈ। ਫਿਰ ਇਸ ਪੰਕਤੀ ਵਿੱਚ ਮੂੰਹੋਂ ਕੇ ਬੋਲਣ ਬੋਲੀ ਹੈ। ਜਿੱਤ ਸੁਣ ਧਰੇ ਪਿਆਰ, ਦੋ ਹੀ ਢੰਗ ਹੁੰਦੇ ਨੇ। ਕਿਸੇ ਵੱਡੇ ਕੋਲ ਜਾਓ ਜਾਂ ਤੇ ਕੋਈ ਤੋਹਫਾ ਭੇਟਾ ਲੈ ਕੇ ਚਲੇ ਜਾਓ ਤੇ ਜਾਂ ਉੱਥੇ ਜਾ ਕੇ ਤਰਲਾ ਮਾਰ ਲਓ ਕਿ ਮੈਂ ਤੇ ਆ ਗਿਆ ਤੇਰੇ ਦਰ ਤੇ, ਹੁਣ ਤੂੰ ਹੀ ਕਿਰਪਾ ਕਰਨੀ ਹੈ। ਪਹਿਲੋਂ ਕਰ ਹੈ ਜੀ ਦੱਸੋ ਕੀ ਅੱਗੇ ਰੱਖਾਂ। ਦੂਸਰਾ ਸਤਿਗੁਰੂ ਮਹਾਰਾਜ ਕਹਿੰਦੇ ਨੇ ਮੂੰਹੋਂ ਕੇ ਬੋਲਣ ਬੋਲੀਏ, ਜਿੱਤ ਸੁਣ ਧਰੇ ਪਿਆਰ। ਮੈਂ ਕੀ ਆਖਾਂ ਮੂੰਹ ਤੋਂ ਜਿਹਨੂੰ ਸੁਣ ਕੇ ਤੂੰ ਮੇਰੇ ਨਾਲ ਪਿਆਰ ਪਾ ਲਵੇਂ। ਹੁਣ ਇੱਥੇ ਇਹ ਨਹੀਂ ਕਿਹਾ ਕਿ ਮੈਂ ਤੇਰੇ ਨਾਲ ਪਿਆਰ ਕਰਾਂ। ਉਹ ਕਹਿੰਦੇ ਨੇ ਜਦੋਂ ਮੈਂ ਤੇਰੇ ਨਾਲ ਪਿਆਰ ਕਰਾਂਗਾ ਹੋ ਸਕਦਾ ਹੈ ਕਿ ਮੇਰਾ ਇਸ਼ਕ ਕੱਚਾ ਹੋਵੇ ਤੇ ਉਹ ਆਖੇ ਕਿ ਮੈਨੂੰ ਹੰਕਾਰ ਹੋ ਜਾਏ ਮੈਂ ਤੇ ਰੱਬ ਨਾਲ ਪਿਆਰ ਕਰਦਾ ਪਿਆ। ਕਹਿੰਦੇ ਨਹੀਂ, ਇਹ ਪਿਆਰ ਕਰਨਾ ਹੈ ਕਿ ਰੱਬ ਸਾਡੇ ਨਾਲ ਕਿਵੇਂ ਪਿਆਰ ਪਾ ਲੈ। ਸਾਡੀ ਪ੍ਰੀਤ ਕੱਚੀ ਹੋ ਸਕਦੀ ਹੈ ਪਰ ਜਦੋਂ ਉਹ ਸਾਡੇ ਨਾਲ ਪਿਆਰ ਪਾਏਗਾ ਉਹਦੀ ਪ੍ਰੀਤ ਕਦੀ ਕੱਚੀ ਨਹੀਂ ਹੁੰਦੀ। ਸਾਡੀ ਪ੍ਰੀਤ ਹਮ ਤੁਮਸੇ ਜੋਰੀ, ਤੁਮਸੇ ਜੋਰ ਅਵਰ ਸੰਗ ਤੋਰੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੱਸੋ ਮੂੰਹੋਂ ਮੈਂ ਕਿਹੜੀ ਭਾਸ਼ਾ ਬੋਲਾਂ, ਕਿਹੜੇ ਲਫ਼ਜ਼, ਕਿਹੜੇ ਅੱਖਰ, ਕੀ ਆਖਾਂ ਕਿ ਬੋਲਣ ਬੋਲੀਏ। ਜਿੱਤ ਸੁਣ ਧਰੇ ਪਿਆਰ, ਜਿਨ੍ਹਾਂ ਅੱਖਰਾਂ ਨੂੰ ਸੁਣ ਕੇ ਤੂੰ ਸਾਡੇ ਨਾਲ ਪਿਆਰ ਕਰਨ ਲੱਗ ਪਏ। ਅਸੀਂ ਤੇ ਕਰਦੇ ਹਾਂ ਪਰ ਮਹਾਰਾਜ ਸਾਡਾ ਪਿਆਰ ਤੇ ਹੋ ਸਕਦਾ ਕਿ ਅੱਜ ਅਰਦਾਸ ਕੀਤੀ ਕਿ ਆ ਮਿਲਿਆ, ਇੰਨੇ ਦਿਨ ਗੁਰਦੁਆਰੇ ਆਇਆ, ਫਿਰ ਨਹੀਂ ਮਿਲਿਆ, ਫਿਰ ਛੱਡ ਦਿੱਤਾ, ਕਦੀ ਛੱਡੋ ਕਿਸੇ ਹੋਰ ਦੇ ਕੋਲ ਜਾਂਦੇ ਆ। ਸਾਡੀ ਪ੍ਰੀਤ ਕੱਚੀ ਹੋ ਸਕਦੀ ਪਰ ਜਿੰਦੀ ਸਤਿਗੁਰੂ ਮਹਾਰਾਜ ਕਹਿੰਦੇ ਤੁਮ ਨਾ ਤੋੜੋ ਤੋ ਹਮ ਨਹੀਂ ਤੋੜੇ। ਜੇ ਮਹਾਰਾਜ ਤੂੰ ਪ੍ਰੀਤ ਨਹੀਂ ਤੋੜਦਾ ਤੇ ਸਾਡੇ ਵਿੱਚ ਕਿਹੜੀ ਮਜਾਲ ਹੈ ਕਿ ਅਸੀਂ ਤੇਰੀ ਪ੍ਰੀਤ ਤੋੜ ਸਕੀਏ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਦੱਸੋ
ਜਿਤ ਸੁਨ ਧਰੇ ਪਿਆਰ। ਉਹ ਕਿਹੜੇ ਅੱਖਰ ਬੋਲੀਏ ਜਿਨ੍ਹਾਂ ਨੂੰ ਸੁਣ ਕੇ ਤੂੰ ਸਾਡੇ ਨਾਲ ਪਿਆਰ ਪਾ ਲਵੇਂ। ਅੱਗੇ ਮਹਾਰਾਜ ਕਹਿੰਦੇ ਉਹ ਅੱਖਰ ਬੋਲੇ ਕਿਦੋਂ ਜਾਂਦੇ ਆ। ਮਹਾਰਾਜ ਕਹਿੰਦੇ ਨੇ ਅੰਮ੍ਰਿਤ ਵੇਲਾ, ਅੰਮ੍ਰਿਤ ਵੇਲਾ। ਮੰਮੇ ਨੂੰ ਸਿਹਾਰੀ ਪੈਰ ਚਲਾ, ਅੰਮ੍ਰਿਤ ਦੇ ਅਰਥ ਹੁੰਦੇ ਨੇ ਮਰ ਜਾਣਾ, ਖਤਮ ਹੋ ਜਾਣਾ। ਤੇ ਜਦੋਂ ਅਗੇਤਰ ਐੜਾ ਲੱਗ ਜਾਂਦਾ ਉਹਦੇ ਅਰਥ ਹੁੰਦੇ ਨੇ ਜਿਹੜਾ ਖਤਮ ਕਦੀ ਨਹੀਂ ਹੁੰਦਾ, ਅੰਮ੍ਰਿਤ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਵੇਲਾ ਜਿੱਥੇ ਅੰਮ੍ਰਿਤ, ਇੱਕ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਸ਼ਬਦ ਵਰਤਿਆ, ਨਹੀਂ ਤੇ ਚੌਥਾ ਪੈਰ ਵੀ ਵਰਤਿਆ ਗਿਆ ਪਾਵਨ ਬਾਣੀ ਵਿੱਚ। ਚੌਥੇ ਪੈਰ ਸੁਭਾਗ ਕੇ ਸੁੱਤਿਆ ਉੱਤੇ ਜਾਓ। ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਬਹੁਤ ਸਾਰੇ ਐਸੇ ਸ਼ਬਦ ਵਰਤੇ ਗਏ, ਪਰ ਸਤਿਗੁਰੂ ਮਹਾਰਾਜ ਨੇ ਇਸ ਵੇਲੇ ਨੂੰ, ਅੰਮ੍ਰਿਤ ਵੇਲੇ ਨੂੰ ਮਹਾਰਾਜ ਨੇ ਅੰਮ੍ਰਿਤ ਸ਼ਬਦ ਨਾਲ ਸੰਬੋਧਨ ਕੀਤਾ ਹੈ। ਮਹਾਰਾਜ ਕਹਿੰਦੇ ਨੇ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਹਰ ਕੋਈ ਨਹੀਂ ਉੱਠੇਗਾ। ਰਾਤ ਸਾਰੀ ਕੋਈ ਬਿਮਾਰ ਪਿਆ ਹੋਵੇ, ਤੜਫਦਾ ਰਿਹਾ ਹੋਵੇ ਮੰਜੇ ਤੇ, ਅੰਮ੍ਰਿਤ ਵੇਲਾ ਹੋਵੇਗਾ ਉਹਨੂੰ ਵੀ ਨੀਂਦ ਆ ਜਾਂਦੀ ਉਸ ਵੇਲੇ। ਚੋਰ ਸਾਰੀ ਰਾਤ ਜਾਗ ਕੇ ਚੋਰੀ ਕਰਨਗੇ, ਪਰ ਅੰਮ੍ਰਿਤ ਵੇਲਾ ਜਿਹੜਾ ਹੈ ਉਹ ਉਹਨਾਂ ਨੂੰ ਸਮਾ ਦਿੰਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਇੱਕ ਸਾਖੀ ਆਉਂਦੀ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਦਾ ਜੰਗਲ ਬਿਆਬਾਨ ਦੇ ਵਿੱਚ ਮਹਾਰਾਜ ਜੀ ਬੈਠੇ ਨੇ, ਭਾਈ ਮਰਦਾਨਾ ਸਾਹਿਬ ਜੀ ਕੋਲ ਨੇ। ਪਹਿਲਾਂ ਤਾਂ ਬਹੁਤ ਜ਼ੋਰ ਦੀ ਹਵਾ ਆਉਣੀ ਸ਼ੁਰੂ ਹੋਈ। ਹਵਾ ਦੇ ਨਾਲ ਕੁਝ ਕੰਕਰ ਪੱਥਰ ਜਿਹੜੇ ਸਨ ਉਹ ਵੀ ਉੱਡ ਕੇ ਭਾਈ ਮਰਦਾਨੇ ਦੇ ਵੱਜਦੇ ਪਏ ਨੇ। ਬਹੁਤ ਭਿਆਨਕ ਜਿਹਾ ਰੂਪ ਜਿਹੜਾ ਸੀ ਉਸ ਹਵਾ ਨੇ, ਜਿਵੇਂ ਤੂਫਾਨ ਦਾ ਰੂਪ ਧਾਰਨ ਕਰ ਲਿਆ ਹੋਵੇ। ਉਹ ਭਾਈ ਮਰਦਾਨਾ ਜੀ ਕਹਿੰਦੇ ਆਪਣੇ ਆਪ ਨੂੰ ਮਹਿਸੂਸ ਕੀਤਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੂੰ ਆਖਦੇ, ਮਹਾਰਾਜ ਆ ਕੀ? ਸਤਿਗੁਰੂ ਮਹਾਰਾਜ ਕਹਿੰਦੇ ਕੇਵਲ ਕਰਤਾਰ ਨੂੰ ਚੇਤੇ ਕਰ, ਵਾਹਿਗੁਰੂ ਵਾਹਿਗੁਰੂ ਜਪ। ਭਾਈ ਮਰਦਾਨਾ ਜੀ ਕੀ ਦੇਖਦੇ ਨੇ ਕਿ ਇੱਕ ਬੜਾ ਭਿਆਨਕ, ਜਿਹਦੇ ਬੜੇ ਵੱਡੇ ਹੱਥ, ਬੜਾ ਵੱਡਾ ਸਰੀਰ, ਵੇਖਣ ਨੂੰ ਐਵੇਂ ਲੱਗੇ ਜਿਵੇਂ ਬੜਾ ਤਕੜਾ ਕੋਈ ਦੈਂਤ ਹੋਵੇ। ਤੇ ਭਾਈ ਮਰਦਾਨਾ ਕਹਿੰਦੇ ਇਤਿਹਾਸ ਸਾਖੀ ਕਰ ਕਹਿੰਦਾ ਉਹ ਡਰੇ ਇੱਕ ਵਾਰੀ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨਹੀਂ, ਨਾਮ ਦਾ ਲੜ ਨਹੀਂ ਛੱਡਣਾ, ਨਾਮ ਤੂੰ ਜਪ। ਹੁਣ ਉਹ ਜਿਹੜੀ ਬੜੀ ਭੈੜੀ ਸ਼ਕਲ ਜਿਹੜੀ ਲਾਗੇ ਜਿਉਂ ਆਈ ਜਾਂਦੀ ਹੈ, ਤਿਉਂ ਤਿਉਂ ਦਾ ਆਕਾਰ ਬਦਲਦਾ ਪਿਆ ਹੈ। ਕੋਲ ਆਉਂਦਿਆਂ ਜਦੋਂ ਬਿਲਕੁਲ ਲਾਗੇ ਉਹ ਆਇਆ, ਪਹਿਲਾਂ ਦੂਰੋਂ ਦੇਖਿਆ ਤੇ ਉਹ ਡਰਾਵਨਾ ਲੱਗੇ, ਉਹ ਬਿਲਕੁਲ ਦੈਂਤ ਰੂਪ ਵਿੱਚ ਲੱਗੇ। ਤੇ ਜਦੋਂ ਕੋਲ ਆ ਗਿਆ ਉਹ ਇਵੇਂ ਲੱਗੇ ਜਿਵੇਂ ਬੜਾ ਸਾਊ ਜਿਹਾ ਬੰਦਾ ਹੁੰਦਾ ਹੈ ਤੇ ਗੁਰੂ ਨਾਨਕ ਦੇ ਸਾਹਮਣੇ ਆ ਕੇ ਬੈਠ ਗਿਆ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਮੁਸਕਰਾਏ ਤੇ ਭਾਈ ਮਰਦਾਨਾ ਜੀ ਪੁੱਛਦੇ ਨੇ, ਮਹਾਰਾਜ ਇਹ ਕੌਤਕ ਕੀ ਹੈ ਸਾਰਾ ਕੁਝ? ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਤੂੰ ਆਪ ਕਿਉਂ ਨਹੀਂ ਪੁੱਛਦਾ? ਭਾਈ ਮਰਦਾਨਾ ਜੀ ਫਿਰ ਉੱਥੇ ਪੁੱਛਦੇ ਨੇ, ਕਹਿ ਲੱਗੇ ਤੂੰ ਕੌਣ ਤੇ ਇਹ ਕੀ ਰੂਪ ਤੇਰਾ ਬਦਲ ਗਿਆ? ਉਹ ਕਹਿੰਦਾ ਜੀ ਮੈਂ ਅਸਲ ਦੇ ਵਿੱਚ ਨਾ ਕਲਯੁਗ ਆ, ਮੈਂ ਕਲਯੁਗ ਆ ਅਸਲ ਦੇ ਵਿੱਚ। ਮੈਂ ਬੜਾ ਡਰਾਉਣ ਦੀ ਕੋਸ਼ਿਸ਼ ਕੀਤੀ, ਸ਼ਾਇਦ ਤੁਸੀਂ ਡਰ ਜਾਓਗੇ, ਪਰ ਤੁਸੀਂ ਡਰੇ ਨਹੀਂ। ਤੇ ਹੁਣ ਇਹ ਗੁਰੂ ਨਾਨਕ ਦੇ ਕੋਲ ਆ ਕੇ ਕੌਣ ਡਰਾ ਸਕਦਾ ਹੈ? ਕਹਿੰਦੇ ਫਿਰ ਇੱਕ ਗੱਲ ਦੱਸ, ਆ ਜਿਹੜੀ ਮੋਢੇ ਤੇ ਤੂੰ ਆ ਜੁੱਲਾ ਚੁੱਕਿਆ ਹੈ ਨਾ, ਚਾਦਰ ਕੰਬਲ ਰੱਖ ਕੇ ਬੈਠਾ ਹੈ, ਇਹ ਕੀ ਆ? ਇਹਦੇ ਵਿੱਚ ਆ ਛੇਕ ਕਿਵੇਂ ਹੋਏ ਆ, ਮੋਰੀਆਂ ਕਿਵੇਂ ਹੋਈਆਂ ਇਸ ਚਾਦਰ ਦੇ ਵਿੱਚ? ਉਹ ਕਹਿੰਦਾ ਅਸਲ ਦੇ ਵਿੱਚ ਨਾ ਇਹ ਚਾਦਰ ਚੂਦਰ ਕੋਈ ਨਹੀਂ, ਇਹ ਤਾਂ ਦਲਿੱਦਰ ਆ। ਜਦੋਂ ਸਵੇਰੇ ਕੋਈ ਉੱਠਣ ਲੱਗਦਾ ਤੇ ਮੈਂ ਦਲਿੱਦਰ ਜਾਂ ਪਾ ਕੇ ਉਹਨੂੰ ਸਮਾ ਦੇਣਾ, ਹੋਰ ਥਾਪੜ ਦੇਣਾ, ਹੋਰ ਗੂੜੀ ਨੀਂਦ ਵਿੱਚ ਉਹ ਸੌਂ ਜਾਂਦਾ ਹੈ। ਕਹਿੰਦਾ ਫਿਰ ਮੋਰੀਆਂ ਕਿਵੇਂ ਹੋਈਆਂ? ਕਹਿੰਦੇ ਪਤਾ ਨਹੀਂ ਕਿ ਜਿੱਦਣ ਦਾ ਗੁਰੂ ਨਾਨਕ ਇਸ ਧਰਤੀ ਦੇ ਉੱਤੇ ਆਇਆ, ਸਤਿਗੁਰੂ ਗੁਰੂ ਨਾਨਕ ਨੇ ਸਿੱਖਾਂ ਦੇ ਅੰਦਰ ਐਸਾ ਇੱਕ ਕ੍ਰਾਂਤੀ ਦਾ ਬੀਜ ਬੀਜ ਦਿੱਤਾ। ਮੈਂ ਦਲਿੱਦਰ ਪਾ ਕੇ ਸੋਣਾ ਤੇ ਉਹ ਲੱਤਾਂ ਮਾਰ ਕੇ ਮੇਰੀ ਰਜ਼ਾਈ ਪਾੜ ਕੇ ਉੱਠ ਜਾਂਦੇ, ਦਲਿੱਦਰ ਨੂੰ ਪਾੜ ਕੇ ਉੱਠ ਖਲੋਂਦੇ ਆ, ਉਹਨਾਂ ਤੇ ਦਲਿੱਦਰ ਨਹੀਂ ਪੈਂਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਉਹ ਵੇਲਾ ਜਿਹੜਾ ਹੈ ਉਹ ਅੰਮ੍ਰਿਤ ਵੇਲਾ ਹੈ। ਤੇ ਜਿਹੜਾ ਅੰਮ੍ਰਿਤ ਵੇਲੇ ਨੂੰ ਸਾਂਭਦਾ ਹੈ, ਮਹਾਰਾਜ ਕਹਿੰਦੇ ਨੇ ਕਿ ਅੰਮ੍ਰਿਤ ਵੇਲੇ ਤਾਂ ਪਰਮਾਤਮਾ ਦੀਆਂ, ਤੁਸੀਂ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰੋ। ਤੁਸੀਂ ਫੁਰਨਾ ਬਣਾ ਕੇ ਰਾਤ ਨੂੰ ਸੌ ਜਾਓ ਕਿ ਅੰਮ੍ਰਿਤ ਵੇਲੇ ਉੱਠਣਾ। ਗੁਰੂ ਸਾਹਿਬ ਕਿਰਪਾ ਕਰਦੇ, ਅਲਾਰਮ ਵੱਜਣ ਤੋਂ ਪਹਿਲਾਂ ਤੁਹਾਨੂੰ ਜਾਗ ਆ ਜਾਏਗੀ। ਜਿਵੇਂ ਮਹਾਰਾਜ ਇਹ ਡਿਊਟੀ ਨਿਭਾਉਂਦੇ ਪਏ ਹੋਣ ਕਿ ਮੈਂ ਤੈਨੂੰ ਉਠਾ ਦਿੱਤਾ, ਹੁਣ ਅਗਲਾ ਕੰਮ ਤੈਨੂੰ ਕਰਨਾ ਪੈਣਾ ਹੈ। ਪਰ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਇਹ ਵੀ ਆਖਦੀ ਆ ਕਿ ਪਿਛਲ ਰਾਤ ਨਾ ਜਾਗਿਓ, ਜੀਵੰਦੜੋ ਮੂਏ ਹੋਏ।
ਜੇ ਤੇ ਰੱਬ ਵਸਾਰਿਆ ਤਾਂ ਰੱਬ ਨਾ ਵਿਸਰੀ ਹੋਏ। ਤੂੰ ਸੁੱਤਾ ਪਿਆ ਸੀ, ਮੁਰਦਿਆਂ ਵਾਂਗੂ ਰਾਤ ਗੁਜ਼ਾਰ ਦਿੱਤੀ, ਪਰ ਰੱਬ ਨੇ ਤੇ ਤੈਨੂੰ ਸੁੱਤੇ ਨੂੰ ਵੀ ਪਾਲਦਾ ਰਿਹਾ, ਤੈਨੂੰ ਸੁੱਤੇ ਨੂੰ ਵੀ ਸਾਹ ਦਿੱਤੇ। ਤੂੰ ਉਦੋਂ ਵੀ ਚੰਗਾ ਭਲਾ ਸੀ, ਪਰ ਤੂੰ ਰੱਬ ਨੂੰ ਭੁੱਲ ਕੇ ਬੈਠ ਗਿਆ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਆਖਦੇ ਆ, ਅੰਮ੍ਰਿਤ ਵੇਲਾ ਸੱਚ ਨਾਉ ਵੇਲਾ ਅੰਮ੍ਰਿਤ ਵੇਲਾ ਹੋਵੇ ਤੇ ਉਸ ਵੇਲੇ ਪਰਮਾਤਮਾ ਦੇ ਨਾਮ ਦੀ ਵਡਿਆਈ ਦੀ ਵਿਚਾਰ ਕਰਨੀ ਆ। ਵਡਿਆਈ ਵਿਚਾਰ ਕੀ ਹੈ? ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕੀਤਾ, ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦੇ ਪਏ ਹੋ, ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਜਪਦੇ ਹੋ। ਮਹਾਰਾਜ ਕਹਿੰਦੇ ਚਾਲ ਆਂਗੇ ਉੱਠ ਨਾਮ ਜਪ ਨਿਸਵਾਸਰ ਆਰਾਧ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਚਿੜੀ ਚੌਕੀ ਪੌ ਫੁੱਟੀ ਵਗਨ ਬਹੁਤ ਤਰੰਗ। ਕਹਿੰਦੇ ਨੇ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰੋ, ਪਤਾ ਨਹੀਂ ਕਿਹੜੇ ਮਹਾਂਪੁਰਖ ਦੇ ਜਪਦੀਆਂ ਹੋਈਆਂ ਤਰੰਗਾਂ ਤੁਹਾਡਾ ਜੀਵਨ ਬਦਲ ਦੇਣਗੀਆਂ। ਅਸੀਂ ਜਿਸ ਸਪੇਸ ਦੇ ਵਿੱਚ ਬੈਠਦੇ ਆ ਨਾ, ਆ ਜਿੰਨੀ ਕੁ ਥਾਂ ਅਸੀਂ ਮੱਲੀ ਆ ਨਾ ਹਾਲ ਦੇ ਵਿੱਚ, ਇਸ ਤੋਂ ਜ਼ਿਆਦਾ ਸਪੇਸ ਦੇ ਵਿੱਚ ਬਹੁਤ ਸਾਰੀਆਂ ਤਰੰਗਾਂ ਹੋਣਗੀਆਂ ਜਿਹੜੀਆਂ ਸਾਨੂੰ ਦਿਖਾਈ ਨਹੀਂ ਦਿੰਦੀਆਂ। ਪਰ ਹਕੀਕਤ ਇਹ ਆ ਕਿ ਕੋਈ ਕਿਸੇ ਕਿਸਮ ਦਾ, ਚਲੋ ਫੋਨ ਦਾ ਨੈਟਵਰਕ ਹੀ ਹੋਵੇ, ਸਾਡੇ ਕੋਲ ਵੱਖ-ਵੱਖ ਕੰਪਨੀਆਂ ਦੇ ਫੋਨ ਹੋਣ, ਸਿਮ ਹੋਵੇ, ਤੇ ਸਾਡੀ ਸਿਮ ਦਾ ਨੈਟਵਰਕ ਤਾਂ ਇੱਥੇ ਅਜੇ ਵੀ ਘੁੰਮਦਾ ਪਿਆ ਹੈ ਨਾ, ਤਾਂ ਹੀ ਸਾਡਾ ਫੋਨ ਚੱਲੇਗਾ, ਪਰ ਸਾਨੂੰ ਦਿਸਦਾ ਨਹੀਂ ਨਾ। ਹੁਣ ਬਿਨਾਂ ਫੋਨ ਤੋਂ ਬਿਨਾਂ ਸਿਮ ਤੋਂ ਅਸੀਂ ਨੈਟਵਰਕ ਉਹ ਤਰੰਗਾਂ ਨਹੀਂ ਲੱਭ ਸਕਦੇ। ਮਹਾਰਾਜ ਕਹਿੰਦੇ ਨੇ ਅੰਮ੍ਰਿਤ ਵੇਲੇ ਕਈ ਮਹਾਂਪੁਰਖ ਐਸੇ ਨੇ ਜਿਹੜੇ ਬੈਠ ਕੇ ਜਪਦੇ ਪਏ ਆ, ਤੂੰ ਜਪੇਗਾ ਉਹਨਾਂ ਦੀਆਂ ਤਰੰਗਾਂ ਤੇਰੇ ਜੀਵਨ ਨੂੰ ਵੀ ਪ੍ਰਭਾਵਿਤ ਕਰਨਗੀਆਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵਡਿਆਈ ਵਿਚਾਰ। ਅੱਗੇ ਆਖਦੇ ਨੇ ਸਤਿਗੁਰੂ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ। ਤੂੰ ਨਾਮ ਜਪ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਸਿਫਤ ਸਲਾਹ ਦਾ ਕੱਪੜਾ ਬਣੇਗਾ ਤੇ ਮਹਾਰਾਜ ਕਹਿੰਦੇ ਉਹਦੀ ਮਿਹਰ ਦੀ ਨਿਗਾਹ ਦੇ ਨਾਲ ਮੋਖ ਪਦਵੀ ਪ੍ਰਾਪਤ ਹੁੰਦੀ ਹੈ। ਨਦਰੀ ਮੋਖ ਦਵਾਰ ਨਾਨਕ ਏਵੈ ਜਾਣੀਐ। ਇਸ ਤਰ੍ਹਾਂ ਪਰਮਾਤਮਾ ਦੀ ਪ੍ਰਾਪਤੀ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਭ ਆਪੇ ਸਚਿਆਰ। ਉੱਥੇ ਮਹਾਰਾਜ ਕਹਿੰਦੇ ਸੀ ਕਿਉਂ ਸਚਿਆਰਾ ਹੋਈਏ, ਇੱਥੇ ਮਹਾਰਾਜ ਆ ਕੇ ਚੌਥੀ ਪੌੜੀ ਤੇ ਸੰਪੂਰਨਤਾ ਕਰਦੇ ਨੇ ਕਿ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ। ਮਹਾਰਾਜ ਕਹਿੰਦੇ ਸਚਿਆਰ ਐਵੇਂ ਬਣੀਦਾ ਹੈ ਕਿ ਅੰਮ੍ਰਿਤ ਵੇਲਾ ਹੋਵੇ, ਉਹਦੇ ਸੱਚੇ ਨਾਮ ਦੀ ਵਡਿਆਈ ਦੀ ਵਿਚਾਰ ਹੋਵੇ, ਉਹਦੇ ਵਾਸਤੇ ਪ੍ਰੇਮ ਦੇ ਗੀਤ ਗਾਏ ਜਾਣ। ਸਤਿਗੁਰੂ ਮਹਾਰਾਜ ਕਹਿੰਦੇ ਫਿਰ ਇਹ ਜਿਹੜਾ ਹੈ ਇਹ ਸਚਿਆਰ ਸਿੱਖ ਬਣਾਉਂਦੀ ਹੈ। ਅੱਗੇ ਮਹਾਰਾਜ ਆਖਦੇ ਨੇ ਥਾਪਿਆ ਨਾ ਜਾਏ ਕੀਤਾ ਨਾ ਹੋਏ। ਅਸਲ ਦੇ ਵਿੱਚ ਇਹ ਜਿਹੜੇ ਅਸੀਂ ਪਿੱਛੇ ਮੂਲ ਮੰਤਰ ਦੇ ਅਰਥ ਪੜ੍ਹੇ ਆ ਨਾ, ਸਹਿ ਭੰਗ, ਇਹ ਸਹਿ ਭੰਗ ਦੇ ਅਰਥ ਨੇ ਕਿ ਉਹ ਆਪਣੇ ਆਪ ਤੋਂ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜਿਹੜੇ ਕਹਿੰਦੇ ਨਾ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੋਈ ਕੁਦਰਤ ਸਾਜੀਏ ਕਰ ਆਸਨ ਡਿਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਓ ਤੂੰ ਜਨੋਈ ਸਬਸੇ ਦੇ ਐਸੇ ਜਿੰਦ ਕਵਾਓ ਕਰ ਆਸਨ ਡਿਠੋ ਚਾਓ। ਮਹਾਰਾਜ ਕਹਿੰਦੇ ਨੇ ਥਾਪਿਆ ਨਾ ਜਾਏ। ਕਿਹੜਾ ਹੈ ਜਿਹਨੇ ਤੈਨੂੰ ਸਥਾਪਨ ਕੀਤਾ ਹੈ? ਨਵਾਂ ਮੰਦਰ ਬਣਾਉਂਦੇ ਆ ਨਾ ਕੋਈ, ਉਹ ਸਭ ਤੋਂ ਪਹਿਲਾਂ ਮੂਰਤੀ ਲਿਜਾ ਕੇ ਉੱਥੇ ਰੱਖਦੇ ਨੇ ਕਿ ਆ ਮੂਰਤੀ ਲਾਉਣ ਲੱਗੇ ਆ ਨਵੀਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿੰਨੇ ਰੱਬ ਨੂੰ ਥਾਪਿਆ ਹੈ ਕਿ ਆਪ ਭਗਵਾਨ ਜੀ ਨੂੰ ਪੂਜੋ। ਮਹਾਰਾਜ ਕਹਿੰਦੇ ਇੱਕ ਤਾਂ ਇਹ ਕਿ ਰੱਬ ਤੋਂ ਵੱਡਾ ਕੋਈ ਨਹੀਂ, ਉਹਦਾ ਸਥਾਪਨ ਕੋਈ ਨਹੀਂ ਕਰ ਸਕਦਾ, ਉਹਦੀ ਹੋਂਦ ਆਪਣੇ ਆਪ ਤੋਂ ਹੈ। ਥਾਪਿਆ ਨਾ ਜਾਏ ਕੀਤਾ ਨਾ ਹੋਏ। ਇਹਨੂੰ ਕਿਸੇ ਨੇ ਬਣਾਇਆ ਨਹੀਂ, ਜਿਹਨੂੰ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ। ਤੇਰੀ ਕੋੜੀ ਮਾਂ, ਤੇਰਾ ਕਿਹੜਾ ਪਿਤਾ, ਤੇਰੀ ਕਿਹੜੀ ਕੁਲ ਕਿਹੜੀ ਜਾਤ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤੂੰ ਥਾਪਿਆ ਨਹੀਂ ਜਾ ਸਕਦਾ, ਤੈਨੂੰ ਬਣਾਇਆ ਨਹੀਂ ਜਾ ਸਕਦਾ, ਤੂੰ ਆਪਣੇ ਆਪ ਤੋਂ ਹੈ। ਆਪੇ ਆਪ ਨਿਰੰਜਨ ਸੋਏ। ਤੇਰੀ ਹੋਂਦ ਹਸਤੀ ਜਿਹੜੀ ਹੈ ਉਹ ਆਪਣੇ ਆਪ ਤੋਂ ਹੈ। ਜਿਨ ਸੇਵਿਆ ਤਿਨ ਪਾਇਆ ਮਾਨ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਤੈਨੂੰ ਚੇਤੇ ਕੀਤਾ ਉਹਨਾਂ ਨੂੰ ਵਡਿਆਈ ਪ੍ਰਾਪਤ ਹੋਈ। ਨਾਨਕ ਗਾਵੀਐ ਗੁਣੀ ਨਿਧਾਨ। ਨਿਧਾਨ ਦੇ ਅਰਥ ਹੁੰਦੇ ਨੇ ਖਜ਼ਾਨਾ। ਕਹਿੰਦੇ ਜੇ ਗਾਉਣਾ ਹੀ ਉਹਨੂੰ ਕੀ ਗਾਉਣਾ ਕਿ ਜਿੰਦੇ ਚ ਅੱਜ ਤੂੰ ਗੁਣ ਦੇਖੇ ਤੇ ਕੱਲ ਨੂੰ ਔਗਣ ਲੱਗਣੇ ਸ਼ੁਰੂ ਕਰ ਦਵੇਂ। ਬੰਦਾ ਜਿੰਨੀ ਦੇਰ ਤੱਕ ਮਿੱਤਰ ਹੋਵੇ ਨਾ ਉਨੀ ਦੇਰ ਤੱਕ ਔਗਣ ਨਹੀਂ ਦਿਸਦੇ। ਭਾਵੇਂ 1000 ਬੰਦਾ ਆ ਕੇ ਆਖੇ ਕਿ ਇਹਦੇ ਚ ਆਹ ਕਮੀਆਂ ਨੇ,
पर जिदन ਉਹੀ ਬੰਦਾ ਮਿੱਤਰ ਦੀ ਥਾਂ ਤੇ ਦੁਸ਼ਮਣ ਬਣ ਜਾਂਦਾ, ਫਿਰ ਸਾਰੇ ਔਗਣ ਜਿਹੜੇ ਨੇ ਉਹ ਦਿਸਣੋਂ ਹਟ ਜਾਂਦੇ ਨੇ, ਫਿਰ ਗੁਣ ਨਹੀਂ ਦਿਸਦੇ, ਫਿਰ ਔਗਣ ਦਿਸਣ ਲੱਗ ਪੈਂਦੇ ਨੇ। ਮਹਾਰਾਜ ਕਹਿੰਦੇ ਉਹਨੂੰ ਗਾ ਜਿਹਦੇ ਵਿੱਚ ਗੁਣ ਹੀ ਗੁਣ ਨੇ, ਔਗਣ ਹੈ ਹੀ ਕੋਈ ਨਹੀਂ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਇੱਥੇ ਫਿਰ ਭਾਉ ਸ਼ਬਦ ਆਇਆ। ਮਹਾਰਾਜ ਕਹਿੰਦੇ ਉਹਨੂੰ ਗਾਉਣਾ ਕਿੱਦਾਂ ਹੈ, ਪ੍ਰੇਮ ਦੇ ਨਾਲ ਉਹਨੂੰ ਗਾ, ਫਿਰ ਗਾ ਕੇ ਉਹਨੂੰ ਸੁਣ। ਇਹ ਨਹੀਂ ਕਿ ਤੂੰ ਬੋਲੀ ਗਿਆ ਤੇ ਸੁਣਿਆ ਵੀ ਕੁਝ ਨਹੀਂ, ਜਪਜੀ ਪੜ੍ਹੀ ਗਿਆ, ਪਤਾ ਹੀ ਨਹੀਂ ਲੱਗਿਆ ਕਿ ਕਿੰਨੀਆਂ ਪੌੜੀਆਂ ਪੜੀਆਂ, ਤੂੰ ਵਾਹਿਗੁਰੂ ਵਾਹਿਗੁਰੂ ਸਾਰੀ ਰਾਤ ਜਪਦਾ ਰਿਹਾ, ਸੁਣਿਆ ਇੱਕ ਵਾਰ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਏਕ ਚਿਤ ਜਹੇ ਇੱਕ ਛਿਨ ਧਿਆਇਓ, ਕਾਲ ਪਾਸ ਕੇ ਵਿੱਚ ਨਾ ਆਇਓ। ਇੱਕ ਚਿਤ ਇੱਕ ਛਿਨ ਦੇ ਵਿੱਚ ਜਪ ਲਾ। ਮਹਾਰਾਜ ਕਹਿੰਦੇ ਉਹ ਦੀ ਮਨ ਸੁਰਤੀ ਤੇ ਬਿਰਤੀ ਨੂੰ ਜੋੜ ਕਰਕੇ, ਮਨ ਬਚ ਕਰਮ ਕਰਕੇ ਤੂੰ ਇੱਕ ਵਾਰੀ ਵਾਹਿਗੁਰੂ ਆਖ। ਮਹਾਰਾਜ ਕਹਿੰਦੇ ਦੂਜੀ ਵਾਰੀ ਕਹਿਣ ਦੀ ਲੋੜ ਵੀ ਨਹੀਂ ਪੈਣੀ, ਤੂੰ ਮੁਕਤ ਹੋ ਜਾਏਗਾ। ਪਰ ਇਹ ਉਦੋਂ ਹੁੰਦਾ ਹੈ ਜਦੋਂ ਅਸੀਂ ਬਾਰ-ਬਾਰ ਜਪਦੇ ਹਾਂ ਤੇ ਕਿਤੇ ਉਹ ਇੱਕ ਸ਼ਾਨ ਸਾਡੇ ਜੀਵਨ ਵਿੱਚ ਆਏ, ਜਿਹਨੂੰ ਕਹਿੰਦੇ ਮਹਾਰਾਜ ਕਹਿੰਦੇ ਕਿਨਕਾ ਏਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਨੀ ਨਾ ਆਵੇ। ਮਹਾਰਾਜ ਕਹਿੰਦੇ ਗਾਵੀਐ ਸੁਣੀਏ ਮਨ ਰੱਖੀਏ ਭਾਉ, ਦੁੱਖ ਪਰ ਹਰ ਸੁਖ ਕਰ ਲੈ ਜਾਏ। ਕਿਸੇ ਦੁਕਾਨ ਤੇ ਤੁਹਾਡਾ ਕੋਈ ਦੁੱਖ ਨਹੀਂ ਰੱਖੇਗਾ, ਜੇ ਇੱਕ ਦੁੱਖ ਦੱਸਣ ਜਾਓਗੇ ਉਹ ਚਾਰ ਦੱਸਣ ਸ਼ੁਰੂ ਹੋ ਜਾਏਗਾ। ਮਹਾਰਾਜ ਕਹਿੰਦੇ ਦੁੱਖ ਕੀਆਂ ਪੰਡਾਂ ਖੋਲੀਆਂ, ਸੁੱਖ ਨਾ ਨਿਕਸੇ ਕੋਏ, ਕਿਸ ਪੈ ਖੋਲੋ ਗੰਠਰੀ ਦੁਖੀ ਪਰ ਆਇਆ। ਮਹਾਰਾਜ ਕਹਿੰਦੇ ਦੁੱਖ ਦੀ ਗੰਢ ਕਿੰਦੇ ਕੋਲ ਖੋਲਾਂ, ਜਿੰਦੇ ਅੱਗੇ ਜਾ ਕੇ ਖੋਲਦਾ ਉਹ ਚਾਰ ਸੁਣਾਉਣੇ ਸ਼ੁਰੂ ਕਰ ਦਿੰਦਾ, ਮੈਨੂੰ ਵੀ ਐਸੀ ਦੁਖੀ ਆ ਮੈਨੂੰ ਸਗੋਂ ਤੇਰੇ ਨਾਲ ਜ਼ਿਆਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਹੈ ਜਿਹਦੇ ਕੋਲ ਆ ਕੇ ਤੂੰ ਸਾਰੀ ਜ਼ਿੰਦਗੀ ਦਾ ਦੁੱਖ ਵੀ ਰੱਖ ਦੇ, ਉਹ ਤੇਰੇ ਦੁੱਖ ਰੱਖ ਲੈਂਦਾ, ਤੇਰੀ ਸੁੱਖ ਚੋਰੀ ਚ ਪਾ ਦਿੰਦਾ। ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਅੱਗੇ ਮਹਾਰਾਜ ਕਹਿੰਦੇ ਗੁਰਮੁਖ ਨਾਦਨ ਗੁਰਮੁਖ ਵੇਦਨ। ਮਹਾਰਾਜ ਕਹਿੰਦੇ ਨੇ ਗੁਰੂ ਦੀ ਬਾਣੀ, ਗੁਰੂ ਦਾ ਸ਼ਬਦ ਹੀ ਅਸਲ ਨਾਦ ਹੈ। ਗੁਰੂ ਸਾਊਂਡ, ਨਾਦ ਕਹਿੰਦੇ ਨੇ ਸਾਊਂਡ ਨੂੰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਵੇਦਨ, ਅਸਲ ਵੇਦ, ਅਸਲ ਗਿਆਨ, ਅਸਲ ਵਿਦਿਆ ਗੁਰਮੁਖ ਜਿਹੜੇ ਨੇ ਸਤਿਗੁਰੂ ਮਹਾਰਾਜ ਦੇ ਸਨਮੁਖ ਬੈਠ ਕਰਕੇ ਗੁਰੂ ਦੇ ਸ਼ਬਦ ਦੇ ਉੱਤੇ ਤੁਰਦੇ ਨੇ, ਗੁਰੂ ਦੇ ਸਨਮੁਖ ਹੋ ਜਾਂਦੇ ਨੇ। ਮਹਾਰਾਜ ਕਹਿੰਦੇ ਗੁਰੂ ਦੀ ਸਿੱਖਿਆ ਰਾਹੀਂ ਅਸਲ ਵਿਦਿਆ ਦੀ ਪ੍ਰਾਪਤੀ ਹੈ। ਗੁਰਮੁਖ ਰਹਿਆ ਸਮਾਈ। ਮਹਾਰਾਜ ਕਹਿੰਦੇ ਗੁਰੂ ਹਰ ਥਾਂ ਤੇ ਸਮਾਇਆ ਹੋਇਆ, ਹਰ ਥਾਂ ਉਹ ਮੌਜੂਦ ਹੈ। ਅੱਗੇ ਮਹਾਰਾਜ ਕਹਿੰਦੇ ਨੇ ਗੁਰ ਈਸਰ ਗੁਰ ਗੋਰਖ ਬਰਮਾ। ਇੱਥੇ ਵਿਸ਼ਰਾਮ, ਵੈਸੇ ਇੱਕ ਵਿਸ਼ਰਾਮ ਲਾਉਂਦੇ ਨੇ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਰੀ, ਪਰ ਇਹਦਾ ਵਿਸ਼ਰਾਮ ਲੱਗਣਾ ਹੈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਆਖਦੇ ਨੇ ਕਿ ਲੋਕਾਂ ਵਾਸਤੇ ਈਸ਼ਵਰ ਵੱਡਾ ਹੋ ਸਕਦਾ ਹੈ, ਗੋਰਖ ਵੱਡਾ ਹੋ ਸਕਦਾ ਹੈ, ਬਰਮਾ ਵੱਡਾ ਹੋ ਸਕਦਾ ਹੈ, ਪਾਰਵਤੀ ਰਿੱਧੀਆਂ ਸਿੱਧੀਆਂ ਦੀ ਦਾਤੀ ਹੋ ਸਕਦੀ ਹੈ। ਮੇਰੇ ਵਾਸਤੇ ਮੇਰਾ ਗੁਰੂ ਹੀ ਸਾਰਾ ਕੁਝ ਹੈ। ਗੁਰੂ ਤੋਂ ਬਗੈਰ ਹੋਰ ਕੋਈ ਹਸਤੀ ਨਹੀਂ। ਜੇ ਹੋਂ ਜਾਣਾ ਆਖਾਂ ਨਾਹੀ ਕਹਿਣਾ ਕਥਨ ਨਾ ਜਾਈ। ਮਹਾਰਾਜ ਦੇਖੋ ਸਾਰਾ ਕੁਝ ਬਿਆਨ ਵੀ ਕਰ ਦਿੱਤਾ, ਫਿਰ ਮਹਾਰਾਜ ਆਖਦੇ ਨੇ ਜੇ ਮੈਂ ਕੁਝ ਜਾਣਦਾ ਹੋਵਾਂ ਫਿਰ ਆਖਾਂ ਨਾਹੀ, ਮੇਰੇ ਤੋਂ ਕਿਹਾ ਨਹੀਂ ਜਾ ਸਕਦਾ, ਕਹਿਣਾ ਕਥਨ ਨਾ ਜਾਏ, ਕਿਉਂਕਿ ਉਹ ਇੰਨਾ ਬੇਅੰਤ ਆ ਕਿ ਉਹ ਕਹਿਣ ਤੇ ਕਥਨ ਵਿੱਚ ਆਉਂਦਾ ਹੀ ਨਹੀਂ। ਗੁਰਾ, ਇੱਥੇ ਗੁਰਾ ਪਾਠ ਨਹੀਂ ਕਰਨਾ, ਬਿੰਦੀ ਲਾ ਕੇ ਨਹੀਂ ਕਰਨਾ, ਪਾਠ ਕਰਨਾ ਹੈ ਗੁਰਾ। ਇੱਕ ਦੇਹ ਬੁਝਾਈ, ਗੁਰੂ ਇੱਕ ਵਚਨ ਹੁੰਦਾ ਹੈ, ਗੁਰੂ ਬਹੁਤੇ ਨਹੀਂ ਹੋ ਸਕਦੇ ਜੀ। ਆ ਦੁਨਿਆਵੀ ਵਿਦਿਆ ਤੁਸੀਂ ਲਓ ਕਿ ਇੱਥੋਂ ਆ ਸਿੱਖਿਆ ਉੱਥੋਂ ਉਹਨੂੰ ਵੀ ਲੋਕੀ ਗੁਰੂ ਆਖ ਦਿੰਦੇ ਨੇ ਜਿਹਦੇ ਤੋਂ ਕੋਈ ਗੁਣ ਸਿੱਖੇ। ਪਰ ਸਤਿਗੁਰੂ ਮਹਾਰਾਜ ਕਹਿੰਦੇ ਗੁਰੂ ਤਾਂ ਉਹ ਹੁੰਦਾ ਹੈ ਜਿਹੜਾ ਹਨੇਰੇ ਵਿੱਚੋਂ ਕੱਢ ਦਿੰਦਾ ਹੈ। ਗੁਰੂ ਤਾਂ ਉਹ ਹੁੰਦਾ ਜਿਹੜਾ ਅਗਿਆਨਤਾ ਦੇ ਵਿੱਚੋਂ ਕੱਢਦਾ ਹੈ। ਗੁਰੂ ਤਾਂ ਉਹ ਹੈ ਜਿਹੜਾ ਭਰਮ ਦੇ ਸੰਗਲ ਤੋੜ ਕੇ ਹਮੇਸ਼ਾ ਵਾਸਤੇ ਪਰਮਾਤਮਾ ਦੇ ਨਾਲ ਜੋੜਦਾ ਹੈ। ਗੁਰਾ ਇੱਕ ਦੇਹ ਬੁਝਾਈ, ਬੁਝਾਈ ਦਾ ਅਰਥ ਹੈ ਜਨਾ ਦਿੱਤਾ, ਸਮਝਾ ਦਿੱਤਾ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ, ਕਿ ਸਾਰੇ ਜੀਵ ਜੰਤ ਜਿਹੜੇ ਨੇ ਉਹਨਾਂ ਦਾ ਦਾਤਾ ਇੱਕੋ ਹੀ ਹੈ, ਉਹ ਹੈ ਕਰਤਾ ਪੁਰਖ ਅਕਾਲ ਪੁਰਖ ਇੱਕ ਓੰਕਾਰ। ਤੇ ਅਰਦਾਸ ਕੀ ਹੈ?
सो मैं विसर ना जाए। कि सतगुरु महाराज कृपा करो मैनू ओ दाता ना भुले जिहड़ा सारियां दा दाता जे, ओ दाता ना भुले जिहड़ा सारियां नूं रिज़्क दिंदा है, जिहड़ा सारियां नूं दातां दिंदा है, जिंदी भाषा प्रेम है, जिंदे नाम जपण दे नाल, जिंदी वडियाई करन दे नाल सचियारे बन जाईदा है। सतगुरु सच्चे पातशाह महाराज कृपा करन। अरदास आपां भी यही करनी जिहड़ी अरदास गुरु नानक देव महाराज करदे, गुरा एक देह बुझाई सबना जियां का एक दाता, सो मैं विसर ना जाए मैनू ओ कदी भी भुले ना। सतगुरु महाराज पातशाह बख्शिश करन। आओ कुछ समय वास्ते गुरमंत्र दा जाप करके फिर सानू मालिक दे चरनां विच अरदास करिए कि सानू मालिक भुले कदी ना, हमेशा वाहिगुरू दी याद साडे हिरदे विच वसे। आओ प्यार सत्कार दे नाल जपो जी वाहिगुरू 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 सतगुरु महाराज की बख्शिश रहमत करन। सबना की हाजरी सतगुरु के चरणों में प्रवान होवे। साडा गाविया, साडा सुनिया, साडा बैठिया सतगुरु महाराज तरस करके अपने दर दे उत्ते प्रवान करके सानू सचियार बन की सोझी बख्शिश कर देन। बोलदियां होइयां बेअंत भुलां वास्ते खिमा जी। सबना का धन्नवाद शुक्र। धन धन गुरु ग्रंथ साहिब महाराज जी का असीस बख्शो। मिलाओ फतेह। वाहिगुरू जी का खालसा वाहिगुरू